ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦਿ। ਹਮੇ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੇ ਮਾਰਗ ਪੰਥਾ। ਹਮੇ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਲੰਥਾ। ਹਮੇ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਭੈ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਾਨੋ। ਹਰ ਹਰ ਕਥਾ ਨਿਰਾਲੀ ਜਿਉ ਬੁਲਾਵੈ ਤਿਉ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਸੋ ਸਿੱਖ ਸਖਾ ਬੰਧਪ ਹੈ ਪਾਈ ਜੋ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਜੱਲੇ ਭਾਈ ਸੋ ਵਿਛੜ ਝੋਟਾ ਖਾਵੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ। ਫਿਰ ਪਛੋਤਾਵੈ ਹਰ ਕੇ ਦਾਸ ਸਹੇਲੇ ਪਾਈ। ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਲਾਹੀ। ਬੜਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨਿਸ਼ਚਲ ਚੌਰ ਛੱਤ ਦੇ। ਸਦੀਵੀ ਮਾਲਕ ਸ਼ਬਦ ਗੁਰੂ ਸੱਚਾ ਗੁਰੂ ਸਰਬ ਕਲਾ ਸਮਰੱਥ ਗੁਰੂ ਪੰਨਣ ਘਣ ਸਮਰੱਥ ਗੁਰੂ। ਦਸੇ ਪਾਤਸ਼ਾਹੀਆਂ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚੇ ਮਾਤਾ ਪਿਤਾ ਦੀ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਜ਼ਰ ਜੀਵ ਤੇ ਕੀਟ ਤੇ ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ। ਧਰੋਂ ਆਏ ਦੀ ਤੇ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਹਿਰਦੇ 'ਚ ਵੀ ਵਸਾਓ ਤੇ ਦਿਓ ਸਾਰੀ ਸੰਗਤ ਅਸ਼ੀਰਵਾਦ। ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਆਪਾਂ ਸਾਰੇ ਬੁਲਾਓ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੱਚੇ ਪਾਤਸ਼ਾਹ ਦਾ ਖੇਲ ਹੈ ਸਾਰਾ। ਜੋ ਅੱਜ ਵਿਚਾਰ ਅੱਜ ਦਾ ਦਿਨ ਭਾਈ ਸਾਹਿਬ ਨੇ ਮੈਨੂੰ ਫੋਨ ਤੇ ਭੇਜਿਆ ਵੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ
ਜੋਤੀ ਜੋਤ ਹੈ ਤੇ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਾ ਗੁਰਗੱਦੀ ਹੈ। ਇਹ ਆਪਾਂ ਦੋ ਗੁਰੂਆਂ ਦੀ ਦੱਸੀ ਆ। ਉੱਧਰ ਕਿਉਂ, ਉੱਧਰ ਜੋਤੀ ਜੋਤ ਸਮਾ ਗਏ ਤੇ ਉੱਧਰ ਗੁਰਗੱਦੀ ਤੀਜਿਆਂ ਨੂੰ ਮਿਲ ਗਈ। ਉੱਧਰ 8ਵੇਂ ਜੋਤੀ ਜੋਤ ਸਮਾ ਗਏ ਤੇ 9ਵਿਆਂ ਨੂੰ ਗੁਰਗੱਦੀ। ਉਸੇ ਸਮੇਂ ਹੀ ਗੁਰੂ ਨਾਨਕ ਦੂਜੇ ਸਰੀਰ ਵਿੱਚ ਬਹਿ ਗਿਆ। ਉਸੇ ਸਮੇਂ ਗਿਆ ਨਹੀਂ ਹੈ, ਹੁਣ ਵੀ ਨਹੀਂ ਗਿਆ। ਆਪਾਂ ਸਮਝਣੀ ਆ ਗੱਲ, ਹੁਣ ਵਾਲੀ ਵੀ ਸਮਝਣੀ ਆ ਗੱਲ। ਇਹ ਤਾਂ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ। ਸਾਡੇ ਨਾ ਰੋਮ ਇੱਥੇ ਸਰ ਵਿਆਪਕ ਆ, ਉਹ ਸਾਰੇ ਬ੍ਰਹਮੰਡਾਂ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਬਣਾਉਣ ਵਾਲਾ ਹੈ। ਉਹਨੇ ਪ੍ਰਗਟ ਹੋ ਕੇ ਨਾ ਮਨੁੱਖਾ ਜਨਮ ਧਾਰਿਆ ਸੀ ਸਾਡੇ ਲਈ। ਬਈ ਮੇਰੀ ਲੁਕਾਈ ਜਿਹੜੀ ਆ ਸਾਰੀ ਵਿਛੜੀ ਹੋਈ ਹੈ, ਮੇਰੇ ਤੋਂ ਵਿਛੜ ਗਈ ਜਾ ਕੇ ਮਨੁੱਖ ਜਨਮ ਦੇ ਵਿੱਚ। ਤੇ ਜੇ ਮਨੁੱਖ ਜਨਮ ਦੇ ਵਿੱਚ ਉਹਦਾ ਮਿਲਾਪ ਨਾ ਹੋਇਆ ਤਾਂ ਉਹਨੇ ਵਿਛੜੀ ਹੀ ਰਹਿਣਾ। ਸਾਰੀ 84 ਲੱਖ ਜੂਨ ਦੇ ਵਿੱਚ ਧੱਕੇ ਖਾਣੇ ਉਹਨੇ। ਤਰਸ ਆਇਆ ਉਹਨੂੰ, ਕੋਈ ਮਿਲਾਉਣ ਵਾਲਾ ਹੀ ਨਹੀਂ ਹੋਰ ਦੁਨੀਆ 'ਚ। ਮਾਲਕ ਜਿਹਨੇ ਬਣਾਇਆ ਹੈ ਉਹਨੇ ਹੀ ਇਹਨੂੰ ਜੀਵ ਨੂੰ ਪੁੱਤ ਨੂੰ ਮਿਲਾ ਸਕਦਾ ਹੈ। ਪਰੰਤੂ ਹੁਣ ਸੱਚੇ ਪਾਤਸ਼ਾਹ ਸਦੀਵੀ ਗੁਰਗੱਦੀ ਦੇ ਮਾਲਕ, ਆਓ ਉੱਥੇ ਆ ਜਾਣਾ ਜਾ ਕੇ। ਓਂਕਾਰ ਸਾਰੀ ਗੱਲ ਸਮਝਣੀ ਆ। ਜਿੰਨਾ ਚਿਰ ਆਪਾਂ ਨੂੰ ਸਤਿਗੁਰਾਂ ਦੀ ਸਮਝ ਨਹੀਂ ਲੱਗਦੀ, ਜਿਹਨੂੰ ਆਪਾਂ ਹੁਣ ਯਾਦ ਕੀਤਾ ਹੈ, ਜਿਹਦੇ ਨਾਲ ਆਪਾਂ ਮਿਲਣਾ ਹੈ, ਉਹਨਾਂ ਦੀ ਬਾਬਤ ਨਹੀਂ ਪਤਾ ਲੱਗਦਾ ਸਾਨੂੰ ਸ਼ਬਦ ਦੀ ਵਿਚਾਰ ਨਾਲ। ਕਿ ਅੱਜ ਇਸ ਪਾਤਸ਼ਾਹ ਨੇ ਜਦੋਂ ਇੱਥੇ ਪ੍ਰਕਾਸ਼ ਹੋਏ ਨੇ, ਆਏ ਨੇ, ਦਰਸ਼ਨ ਦਿੱਤੇ ਸਾਧ ਸੰਗਤ, ਉਦੋਂ ਤੀਰਥ ਨਹਾਉਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਦੋ ਦੇਖੋ ਬਚਨ ਕਿਹੋ ਜਿਹੇ ਕਰੇ। ਤੀਰਥ ਤਾਂ ਨੇ ਜੇ ਬਾਹਰਲਾ ਸਰੀਰ ਨਹਾ ਕੇ ਆਈਦਾ ਵੀ ਇਹ ਸ਼ੁੱਧ ਹੋ ਜੇ, ਉਹਨੂੰ ਤੀਰਥ ਕਹਿੰਦੇ ਆ। ਪਰੰਤੂ ਹੈ ਤਾਂ ਅੰਦਰਲੇ ਦਾ ਖੇਲ ਹੈ, ਬਾਹਰਲਾ ਤਾਂ ਮਾਇਆ ਦਾ ਪੁਤਲਾ ਹੈ। ਉਹਨੂੰ ਨਹਾਤੇ ਤੇ ਕੀ ਕਰੋਗੇ। ਤੇ ਦੂਜੀ ਗੱਲ, ਤੀਰਥ ਫੇਰ ਇੱਕ ਹੋਰ ਮਹਾਰਾਜ ਕਹਿੰਦੇ ਇਹ ਤਾਂ ਨਾਮ ਨਾਲ ਹੀ ਧੋਤਾ ਜਾਣਾ ਹੈ। ਤੀਰਥ ਅਸਲ ਨਾਮ ਨਾਲ ਹੀ ਪੜ੍ਹੀ ਜਾਂਦੇ ਆ ਆਪਾਂ। ਜਪਜੀ ਸਾਹਿਬ ਕਦੋਂ ਦੀ ਪੜ੍ਹਦੇ ਆ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵਾ ਕੇ ਰੰਗ, ਪੜ੍ਹੀ ਜਾਂਦੇ ਆ। ਇਹ ਮੈਲ ਲੱਗੀ ਆ ਪਾਪਾਂ ਦੀ, ਪਰ ਇਹ ਕਿਹਦੇ ਨਾਲ? ਨਾਮ ਦੇ ਪਿਆਰ ਨਾਲ। ਹੁਣੇ ਆਪਾਂ ਸ਼ਬਦ ਬੱਚੀ ਤੋਂ ਪੜ੍ਹਿਆ, ਤੇਰੇ ਨਾਮ ਬਿਟੋ ਕਰਵਾਣ ਜਾਵਾਂ ਮੈਂ। ਇੰਨਾ ਨਾਮ ਐਡਾ ਉੱਚਾ ਹੈ। ਨਾਮ ਦਾਨ ਅੰਤ ਨੂੰ ਮੈਨੂੰ ਦਾਨ ਦੇ ਦੇ, ਦਾਨ ਦੇ ਦੇ। ਦਾਨ ਕਰ ਨੂੰ ਪਾਤਸ਼ਾਹ ਦੇਣ ਆ ਰਹੇ ਨੇ। ਜੇ ਕਿਸੇ ਦੇ ਕਰਮਾਂ ਚਾਹੀਦੇ ਭਾਗ ਚੰਗੇ ਜੀ ਤੇ ਮਹਾਰਾਜ ਨੇ ਤੁੱਠਣਾ ਹੈ, ਇਹ ਵੀ ਨਾਲ ਹੈ। ਕੱਲ੍ਹ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਹੈ। ਜੇ ਮਨੁੱਖਾ ਜਨਮ 'ਚ ਆਹ ਸਮਾਂ ਨਹੀਂ ਮੁੜ ਕੇ ਮਿਲਣਾ, ਆਓ ਉੱਥੇ ਆਓ ਜਾ ਕੇ। ਉਹ ਓਂਕਾਰ ਕੇ ਨਾਨਾ ਪ੍ਰਕਾਰ ਸਤਿਗੁਰ, ਅਸੀਂ ਬਾਬੇ ਨਾਨਕ ਨੂੰ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਸਾਨੂੰ ਪਤਾ ਲੱਗ ਜੇ ਵੀ ਮਾਲਕ ਕਿੱਡਾ ਵੱਡਾ ਤੇ ਕਿੱਡਾ ਉੱਚਾ ਤੇ ਕਿੱਡਾ ਸੱਚਖੰਡ ਦਾ ਮਾਲਕ ਹੈ। ਸਾਰੀ ਸ੍ਰਿਸ਼ਟੀ ਇਹਨਾਂ ਦੇ ਅਧੀਨ ਆ। ਸਾਰੇ ਓਂਕਾਰ ਜਿਹੜਾ ਹੈ ਨਾ, ਉਹ ਗੁਰੂ ਹੈ, ਗੁਰੂ ਨਾਨਕ ਹੈ। ਇੱਕ ਤਾਂ ਨਿਰੰਕਾਰ ਹੈ, ਓਂਕਾਰ ਗੁਰੂ ਹੈ। ਆਦੇ ਸਾਨੂੰ ਭਾਈ ਸਾਹਿਬ ਨੇ ਗੱਲ ਸਾਰੀਆਂ ਖੋਲ੍ਹਤੀਆਂ ਕੁੰਡੀਆਂ। ਇਹਦੇ ਹੀ ਸਾਰੇ ਨਾਨਾ ਪ੍ਰਕਾਰ ਦੇ ਆਕਾਰ ਬਣਾਏ ਹੋਏ ਨੇ। ਫੇਰ ਦੂਏ ਥਾਂ ਫੇਰ ਸਮਝਾਇਆ, ਓਂਕਾਰ ਆਕਾਰ ਜਿਸ ਸਤਿਗੁਰ ਪੁਰਖ ਸਰੰਦਾ ਸੋਈ। ਸਾਨੂੰ ਨਿਵੇੜਾ ਹੀ ਕਰ ਦਿੱਤਾ। ਬਣਾਉਣ ਵਾਲਾ ਜਿੰਨੇ ਆਕਾਰ ਬਣਾਏ, ਦੋ ਸ਼ਬਦਾਂ ਵਿੱਚ ਸਾਨੂੰ ਸਾਰਾ ਸਤਿਗੁਰਾਂ ਦਾ ਭੇਦ ਦੇਤਾ। ਜਿਹਨੇ ਨਾ ਸ਼੍ਰੀ ਗੁਰੂ ਸ਼ਬਦ, ਗੁਰੂ ਦਾ ਪਿਆਰਾ ਜਿਹੜਾ ਸ਼ਬਦ ਹੈ, ਆਪਣਾ ਨਾਮ ਹੈ, ਗੁਰਸਿੱਖਾਂ ਨੂੰ ਸੁਣਾਏ ਹੈ। ਤਾਂ ਸਾਨੂੰ ਆਪਣੇ ਪੁੱਤਰਾਂ ਨੂੰ ਹੁਣ ਨਾਮ ਦੀ ਦਾਤ ਆ ਕੇ ਦਿੱਤੀ ਨਾ ਪਾਤਸ਼ਾਹ ਨੇ। ਹੁਣ ਵੀ ਦੇ ਰਹੇ ਨੇ, ਹੁਣ ਵੀ ਦੇ ਰਹੇ ਨੇ ਉਵੇਂ।
ਜਿਹਨੇ ਸਾਰੀ ਜਿਹੜੇ ਗੁਰੂ ਨੇ ਓਮਕਾਰ ਹੈ ਤੇ ਸਾਰੀ ਆਕਾਰ ਬਣਾਏ ਨੇ, ਉਹ ਗੁਰੂ ਨੇ ਜਿਹਨੇ ਸ੍ਰਿਸ਼ਟੀ 'ਚ ਸਾਰਾ ਖੇਲ ਰਚਿਆ ਹੋਇਆ। ਉਸ ਗੁਰੂ ਨੇ ਕੀ ਕੀਤਾ? ਜਗ ਜੋਗ ਭੋਗ, ਜਗ ਜੋਗ ਭੋਗ ਨਹੀਂ ਵੇਦ। ਲੋਕੀ ਜਗ ਕਰਦੇ ਸੀ, ਭੋਗ ਕਰਦੇ ਸੀ, ਜੋ ਜੋਗਤੀਆਂ ਨਾਲ ਜੋ ਸੁਰਤੀਆਂ ਲਾਉਂਦੇ ਸੀ, ਬੜੇ ਨਈ ਬਾਤ, ਬੜੇ ਭੋਗ ਪ੍ਰਸ਼ਾਦ ਛਕਾਉਂਦੇ ਸੀ। ਜਗਤ ਭਗਤ ਸਾਰੇ ਪਹਿਲਾਂ ਇਵੇਂ ਕੰਮ ਕਰਦੇ ਸੀ, ਦੁਨੀਆ ਹੁਣ ਵੀ ਕਰ ਰਹੀ ਹੈ। ਮਹਾਰਾਜ ਦੀ ਮੂਰਤੀ ਅੱਗੇ ਭੋਗ ਲਵਾਉਂਦੇ ਆ, ਜਗ ਕਰਦੀ ਆ ਦੁਨੀਆ। ਅਸਨ ਬਸਨ ਸ਼੍ਰੀ ਗੁਰੂ ਲੜਾਏ ਹੈ। ਸਾਨੂੰ ਗੁਰਸਿੱਖਾਂ ਅਸਨ ਬਸਨ ਲੜਾਏ ਹੈ। ਉਹ ਸਾਨੂੰ ਨਾ ਗੁਰਸਿੱਖਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਖੱਟਣ, ਨਾ ਕੱਪੜੇ ਲੀੜੇ ਦੀ, ਨਾ ਰੋਟੀ ਪਾਣੀ। ਗੁਰੂ ਸਾਹਿਬ ਸਾਡੇ ਜਾਗਦੇ ਜਿਉਂਦੀ ਐਨ ਸਾਰੀ ਦੁਨੀਆ ਨੂੰ ਬਣਾਉਣ ਵਾਲੇ ਨੇ, ਸਾਰੀ ਜਾਨ ਦੁਨੀਆ 'ਚ ਉਹਨੇ ਪਾਈ ਹੈ। ਗੱਲ ਆ ਵੀ ਸਤਿਗੁਰ ਜਾਗਤਾ ਹੈ ਦਿਓ। ਪਹਿਲਾ ਸ਼ਬਦ ਵਿਚਾਰ ਆਈ ਸੀ, ਬੇਕ ਤੇਵ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਕਿਸੇ ਨੇ ਫਿਕਰ ਨਹੀਂ ਦੂਰ ਕਰਨਾ ਸਾਡਾ, ਕਿਸੇ ਨੇ ਨਹੀਂ ਮਿਲਾਪ ਕਰਾਉਣਾ, ਕਿਸੇ ਨੇ ਨਹੀਂ ਆਨੰਦ ਬਖਸ਼ਣਾ ਸਾਨੂੰ ਸਾਰੀਆਂ ਪੁਸਤਕਾਂ ਨੂੰ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਖੁਦਾਏ ਦਾ ਹਾਜ਼ਰ ਨਾਜ਼ਰ ਪਹਿਲਾਂ ਹੀ ਹੈ, ਪਰ ਤੂੰ ਯਾਦ ਕਰ। ਦੇਖੋ ਪਹਿਲਾਂ ਸਾਨੂੰ ਸਾਰੀ ਦੂਜੀ ਦੱਸਦੀ ਗੱਲ। ਆਓ ਨਿਗਮ ਸ਼ੇਖਾਦਿਕ ਨੇਤ ਨੇਤ ਕਰ। ਇਹ ਵੇਦ ਸ਼ਾਸਤਰ ਸਾਰੇ ਜਿਹੜੇ ਤੇ ਸ਼ੇਸ਼ ਨਾਗ ਵਰਗੇ ਪੈਦਾ ਕੀਤੇ ਹੋਏ ਨੇ, ਇਹ ਸਾਰੇ ਮਹਾਰਾਜ ਨੂੰ ਨੇਤ ਨੇਤ ਕਹਿੰਦੇ ਆ ਵੀ ਤੂੰ ਬੇਅੰਤ ਬੇਅੰਤ ਆ। ਇੰਨਾ ਕਹਿ ਕੇ ਗਾਉਂਦੇ ਆ, ਹੋਰ ਇਹਨਾਂ ਨੂੰ ਪਤਾ ਕੱਖ ਨਹੀਂ। ਪੂਰਨ ਬਰਸੇ ਪੂਰਨ ਬਰਮ ਗੁਰਸਿੱਖ ਲਿਖਾਏ ਹੈ। ਸਾਨੂੰ ਸਮਝਾ ਦਿੱਤਾ ਗੁਰਸਿੱਖਾਂ ਨੂੰ ਬਈ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਰੱਬ ਨੇ। ਰੱਬ ਨੇ। ਹੁਣ ਤੁਸੀਂ ਕਹਿ ਦੇਣਾ ਤਾਂ ਸਰੂਪ ਹੋ ਨਹੀਂ ਮਨੁੱਖਾਂ 'ਚ, ਸਾਨੂੰ ਮਨੁੱਖ ਯਾਦ ਆਉਂਦਾ ਵੀ ਗੁਰੂ ਸਾਹਿਬ ਉਹੇ ਜਿਹੇ ਰੂਪ 'ਚ ਸੀ। ਅੰਦਰਲਾ ਜਿਹੜਾ ਸਰੂਪ ਹੈ ਉਹ ਸੂਖਸ਼ਮ ਸਾਡਾ ਵੀ ਹੈ, ਪੁੱਤਾਂ ਦਾ ਵੀ ਤੇ ਬਾਪ ਦਾ ਵੀ ਹੈ। ਬਾਪ ਦਾ ਐਡਾ ਵੱਡਾ ਰੋਮ ਰੋਮ 'ਚ ਸਾਰੇ ਵਿਆਪਕ ਹੈ, ਜਿਹਨੇ ਬਣਾਇਆ ਐਡਾ ਵੱਡਾ ਸਰੂਪ ਹੈ ਪਾਤਸ਼ਾਹ ਦਾ। ਜਿਹੜੀ ਜੋਤ ਹੈ, ਪਰਮ ਜੋਤ ਹੈ, ਉਹ ਪਰਮ ਜੋਤ ਹੁਣ ਫਿਰ ਇਹ ਤਾਂ ਨਹੀਂ ਵੀ ਜੋਤੀ ਜੋ ਸਮਾ ਗਈ। ਉਹ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਟੇਕ ਗਏ, ਇਹਨਾਂ ਵਿੱਚ ਜੋਤ ਸਮਾਈ ਹੋਈ ਆ ਉਹ, ਤੇ ਉਵੇਂ ਬਖਸ਼ਿਸ਼ਾਂ ਉਵੇਂ ਕਰਦੇ। ਉਹ ਤਾਂ ਸਦ ਸੁਣਦਾ, ਸਦ ਵੇਖਦਾ ਸ਼ਬਦ ਰਿਹਾ ਭਰਪੂਰ ਹੈ। ਉਹ ਤਾਂ ਸਾਰੀ ਗੱਲ ਸਾਡੀ ਸੁਣਦਾ ਹੈ, ਬੇਲਦਾ। ਉਹਨੇ ਪੈਦਾ ਹੀ ਸਾਨੂੰ ਉਹਨੇ ਕੀਤਾ ਆ। ਫਿਰ ਉਹਦੀ ਸੱਚੀ ਬਾਣੀ ਜਿਹੜੀ ਹੈ ਉਹਨੇ ਇੱਥੇ ਆ ਕੇ ਹੁਣ ਸਾਡਾ ਦਿਖਾਂਤ ਕੀ ਹੋਇਆ, ਹੁਣ ਆਪਣਾ ਦਿਖਾਂਤ ਕੀ ਹੋਇਆ। ਇਹ ਹੁਣ ਪਾਤਸ਼ਾਹ ਜਿਹੜਾ ਸ਼ਬਦ ਹੈ ਬਹੁਤ, ਇਹ ਸਾਰਾ ਸ਼ਬਦ ਐਸੇ ਤੇ ਹੀ ਪਾਤਸ਼ਾਹ ਤੇ ਅਮਲ ਹੋ ਜੇ ਸਾਡਾ, ਬਸ ਅਸੀਂ ਤਰ ਜਾਵਾਂਗੇ। ਹਰ ਕੇ ਦਾਸ ਹਿੱਲੇ ਪਾਈ, ਰੱਬ ਦੇ ਦਾਸ ਬਣਨਾ ਹੈ। ਦਾਸ ਪਹਿਲਾਂ ਦੱਸਦਾ ਗੱਲ, ਕਦੇ ਵੀ ਆਪਦੇ ਆਪ ਨੂੰ ਨਹੀਂ ਗਣਾਉਣਾ ਵੱਡਾ। ਬਹੁਤ ਸੁਖੀ ਨੇ ਕਹਿੰਦੇ, ਉਹ ਬਹੁਤ ਸੁਖੀ ਨੇ। ਹੈ ਸੁਖੀ ਆਪਾਂ ਹੁਣ ਦਾਸ ਬਣ, ਮਹਾਰਾਜ ਦੇ ਦਾਸ ਤਾਂ ਮਹਾਰਾਜ ਨੇ ਬਣਾ ਦਿੱਤਾ ਆਪਾਂ ਨੂੰ, ਪਰ ਅਸੀਂ ਕਹਿੰਦੇ ਅਸੀਂ ਤਾਂ ਗੁਰਮੁਖ ਹਾਂ, ਅਸੀਂ ਦਾਸ ਕਿੱਥੇ ਹਾਂ ਜੀ, ਤਾਂ ਬਹੁਤ ਉੱਚੇ ਹਾਂ ਅਸੀਂ ਤਾਂ। ਆਓ ਪਹਿਲਾਂ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ, ਮਾੜੀ ਜਿਹੀ ਲਾਈਨ ਇੱਕ ਅੱਧੀ ਵਿਚਾਰ ਕਰ ਲਿਆ ਬਸ ਆਦੀ। ਉਹ ਮੇਰਾ ਸਿੱਖ ਮਿੱਤਰ ਹੈ ਗੁਰੂ ਦਾ, ਉਹ ਮੇਰਾ ਸਿੱਖ ਮੇਰਾ ਰਿਸ਼ਤੇਦਾਰ ਹੈ, ਜਿਹੜਾ ਨਾ ਮੇਰੇ ਗੁਰ ਕੇ ਭਾਣੇ ਵਿੱਚ ਆਵੇ। ਹੁਣ ਆਓ ਉੱਥੇ ਦੁਨਿਆਵੀ ਆਪਾਂ ਨੂੰ ਗੱਲ ਸਮਝ ਪਹਿਲਾਂ ਆ ਜਾਓ, ਇੱਥੇ ਸਮਝੋ, ਤੇ ਫਿਰ ਨਾ ਸਾਨੂੰ ਅਸਲੀ ਸਮਝ ਆਊਗੀ। ਅਸੀਂ ਇੱਥੇ ਜੰਮ ਪਏ ਧਰਤੀ 'ਤੇ, ਸਾਨੂੰ ਜੰਮੇ ਹੋਏ ਅਸੀਂ, ਮਾਂ ਪਿਓ ਸਾਡੇ ਇੱਥੇ ਵੀ ਨੇ। ਜਦੋਂ ਮਾਂ ਪਿਓ ਆਪਾਂ ਛੋਟੇ ਜਿਹੇ ਹੁੰਦੇ ਹਾਂ, ਸਾਨੂੰ ਉਹਨਾਂ ਨੂੰ ਬੜੀ ਖੁਸ਼ੀ ਚੜ੍ਹਦੀ ਹੈ ਵੀ ਮੇਰਾ ਪੁੱਤ ਆ। ਅਸੀਂ ਤਾਂ ਦਾਤ ਦਿੱਤੀ ਤਾਂ ਉਹਨੇ ਆ, ਪਰ ਅਸੀਂ ਪੁੱਤ ਆਪਦਾ ਸਮਝਦੇ। ਪੁੱਤ ਆਪਦਾ ਸਮਝ ਕੇ ਤੇ ਉਹਨੂੰ ਮਹਾਰਾਜ ਦੇ ਮੋਹ ਦੇ ਵਿੱਚ ਉਹਨੂੰ ਪਾੜ ਰਹੇ ਹਾਂ ਵੀ ਸਾਡਾ ਹੈ।
ਮੇਰਾ ਹੈ। ਫਿਰ ਉਹਨੂੰ ਅਸੀਂ ਛੋਟੇ ਹੁੰਦੇ ਨੂੰ ਬਹੁਤ ਉਹਨੂੰ ਲਾਡਾ ਨਾਲ ਪਾਲਦੇ ਹਾਂ, ਅਤੇ ਉਹ ਸਾਡਾ ਪੂਰਾ ਆਗਿਆ ਮੰਨਦਾ। ਜੇ ਨਹੀਂ ਆਗਿਆ ਮੰਨਦਾ ਥੱਪੜ ਵੀ ਮਾਰਦੇ। ਪਰ ਜਿਉਂ-ਜਿਉਂ ਵੱਡੇ ਹੋਏ, ਆਹ ਦੇਖੋ, ਜਿਉਂ-ਜਿਉਂ ਵੱਡੇ, ਸਾਨੂੰ ਸੱਚੀ ਬੋਲੀ ਵੀ ਸਿਖਾਈ ਗਈ। ਇੱਥੇ ਧਰਤੀ 'ਤੇ ਆ ਕੇ ਸਾਨੂੰ ਸਾਦੇ ਲਫ਼ਜ਼ਾਂ ਵਿੱਚ ਗੱਲਾਂ ਸਮਝ ਆ ਜਾਣ। ਸਾਨੂੰ ਬੋਲੀ ਵੀ ਸਿਖਾਈ ਗਈ, ਜਿਹੜੀ ਉਹ ਆਪ ਬੋਲਦੇ ਸੀ ਉਹੀ ਬੋਲੀ ਜਿਹੜੇ ਘਰ 'ਚ ਪੈਦਾ ਹੋਇਆ। ਸਾਰੀ ਦੂਜੀ ਬਾਣੀ ਜਿਹੜੀ ਵੀ ਬੋਲੀ ਬੋਲਦੇ ਹਾਂ ਆਪਾਂ, ਅਤੇ ਉਹੀ ਮਾਂ ਪਿਓ ਨੇ ਸਿਖਾਇਆ ਵੀ ਆਹ ਤੇਰੀ ਮਾਂ ਹੈ, ਆਹ ਤੇਰਾ ਪਿਓ। ਭੁੱਲਣ ਦਾ ਗੱਲ ਰੱਬ ਭੁੱਲ ਗਿਆ। ਕਿਉਂ? ਰੋਵੇ ਰਤਨ ਗਵਾਏ ਕੇ ਮਾਇਆ ਮੋਹ ਅਨੇਰ ਗਵਾਰਾ। ਉਦੋਂ ਤਾਂ ਅਸੀਂ ਚੀਕ ਮਾਰੀ ਸੀ ਜਦੋਂ ਧਰਤੀ 'ਤੇ ਆਏ ਸੀ। ਜਿੱਦਣ ਵਾਹਿਗੁਰੂ ਵੱਲੋਂ ਆਏ ਸੀ ਨਾ, ਉਦੋਂ ਤਾਂ ਅਸੀਂ ਚੀਕ ਮਾਰੀ ਸੀ। ਕਿਉਂ? ਸਾਨੂੰ ਪਾਤਸ਼ਾਹ ਨੇ ਬਚਨ ਕਰਕੇ ਵੀ ਹੁਣ ਨਾਲ ਦੀ ਨਾਲ ਉੱਧਰਲੀ ਵੀ ਸਮਝ ਆਈਏ। ਸਾਨੂੰ ਪਾਤਸ਼ਾਹ ਨੇ ਮਾਂ ਦੇ ਪੇਟ ਵਿੱਚ ਐਨ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਸੀ, ਜਦੋਂ ਸਾਨੂੰ ਇਸ ਸਰੀਰ ਬਣਾ ਰਹੇ ਸੀ ਸਾਡਾ ਅੰਦਰ। ਨਾਲੇ ਤਾਂ ਅਸੀਂ ਮਹਾਰਾਜ ਨੂੰ ਹਰ ਵਕਤ ਯਾਦ ਕਰਦੇ ਸੀ, ਜੁੜੇ ਰਹਿੰਦੇ ਸੀ ਮਹਾਰਾਜ ਨਾਲ, ਤਿਲ ਭਰਮ ਨਹੀਂ ਭੁੱਲਦੇ ਸੀ। ਅਤੇ ਸਾਡਾ ਮਹਾਰਾਜ ਸਰੀਰ 5 ਤੱਤਾਂ ਦਾ ਬਣਾਈ ਜਾਂਦੇ ਸੀ ਅੰਦਰ, ਲੋਕਾਂ ਨੂੰ ਭਰਮ ਪਾਉਣ ਦੀ ਖਾਤਰ। ਬਣਾ ਛਿੰਚ ਸਕਦੇ ਆ, ਕੁਝ ਖੇਲ ਬਣਾਇਆ ਨਾ ਵੀ ਦੂਜੀ ਕੱਚੀ ਚੀਜ਼ ਬਣਾਉਣੀ ਆ, ਮੈਂ ਕੱਚੀ ਚੀਜ਼ 5 ਦੀ ਬਣਾਉਣੀ ਆ। ਉਹ ਅੰਦਰ ਬਣਾ ਰਹੇ ਸੀ, ਨਾਲੇ ਉਹਨੂੰ ਸਮਝਾ ਰਹੇ ਸੀ ਵੀ ਇਹ ਕੱਚੀ ਚੀਜ਼ ਜਿਹੜੀ ਹੈ, ਇਹਦੇ ਵਿੱਚ ਤੈਨੂੰ ਮੈਂ ਨਾ ਉੱਥੇ ਭੇਜਣਾ ਹੈ, ਕਿਤੇ ਹੋਰ ਭੇਜਣਾ ਹੈ। ਤੁਰਨ ਫਿਰਨ ਵਾਲਾ, ਬੋਲਣ ਵਾਲਾ ਤੂੰ ਬੰਦਾ ਬਣਨਾ ਹੈ, ਅਤੇ ਤੁਰਿਆ ਫਿਰਦਾ ਤੈਨੂੰ ਮੈਂ ਪਿੰਜਰਾ ਦੇਣ ਲੱਗਾ। ਪਿੰਜਰਾ ਹੈ, ਪਿੰਜਰੇ ਦੇ ਵਿੱਚ ਤੈਨੂੰ, ਕਿਉਂ ਤੈਨੂੰ ਪਿੰਜਰਾ ਮੈਂ ਬਹੁਤ ਚੰਗਾ ਦੇਣ ਲੱਗਾ। ਇਹਦੇ ਵਿੱਚ ਨਾ ਤੂੰ ਪਤਾ ਕੀ ਹੈ, ਅਸਨ ਬਸਨ ਸੰਗ ਲੀਨੇ ਪੁੱਤਰਾ। ਇਹ ਪਿੰਜਰੇ ਦੀ ਜਿਹੜੀ ਖੁਰਾਕ ਹੈ ਨਾ, ਕੱਪੜਾ ਲੀੜਾ ਹੈ, ਉਹ ਮੈਂ ਨਾਲ ਦਿਓ, ਉਹਦਾ ਫਿਕਰ ਕਰ। ਮੈਂ ਤੈਨੂੰ ਨੰਗਾ ਨਹੀਂ ਉੱਥੇ ਛੱਡਦਾ, ਤੈਨੂੰ ਮੈਂ ਰੋਟੀ ਕੱਪੜੇ ਤੋਂ ਭੁੱਖਾ ਨਹੀਂ ਮਰਦਾ। ਹਰੇਕ ਦੇ ਕਰਮ, ਹਰੇਕ ਨੂੰ ਜੀਵ ਨੂੰ ਜਾਣਦਾ ਵੀ ਇਹ ਕਿੱਥੋਂ ਲਿਆ ਕੇ ਮੈਂ ਤੇ ਤਰਸ ਕੀਤਾ ਤੇ ਮੈਨੂੰ ਮਨੁੱਖਾ ਜਨਮ ਦਿੰਦਾ। ਕਈ ਹਜੇ ਬਹੁਤ ਬਹੁਤ ਪਿੱਛੇ ਆ ਗੁਰੂ ਦਾ। ਆਪਣੇ ਤਾਂ ਸੱਚੇ ਪਾਤਸ਼ਾਹ ਦੇ ਪਤਾ ਨਹੀਂ ਕਿਹੜੇ ਜਨਮਾਂ ਤੋਂ ਤੁਰੇ ਆਉਂਦੇ, ਇੱਕ ਜਨਮ ਤੋਂ ਨਹੀਂ ਤੁਰੇ ਆਉਂਦੇ, ਬਾਰ ਜਨਮ ਲੈ ਕੇ ਆ। ਤਾਂ ਸਾਨੂੰ ਆ ਕੇ ਸਤਿਗੁਰ ਨੇ ਸ਼ਬਦ ਸੁਣਾਇਆ ਤੇ ਮਿਲਾਪ ਕਰਵਾ ਰਹੇ ਆ ਤੇ ਸੰਗਤ ਬਖਸ਼ ਰਹੇ। ਇਹੀ ਗੱਲ ਮਾਂ ਦੇ ਪੇਟ ਵਿੱਚ ਗਈ ਸੀ। ਬਚਨ ਕੀ ਬਚਨ ਕੀਤਾ ਸੀ ਸਤਿਗੁਰ ਨੇ? ਸਾਧ ਸੰਗ ਸ਼੍ਰੀ ਗੁਰੂ ਅਰਾਧ ਹੈ। ਤੂੰ ਉੱਥੇ ਜਾ ਕੇ ਨਾ ਗੁਰੂ ਸਾਹਿਬ ਤੋਂ ਨਾਮ ਦੀ ਦਾਤ ਲੈ ਕੇ, ਗੁਰੂ ਮੈਂ ਹੀ ਆ ਮਹਾਰਾਜ ਕਹਿੰਦੇ। ਇਹ ਵੀ ਨਾ ਸਮਝੀ ਵੀ ਦੂਆ ਗੁਰੂ ਆ, ਸਭ ਗੁਰੂ ਨੂੰ ਅਲੱਗ ਨਹੀਂ ਸਮਝਣਾ। ਤੇ ਉੱਥੇ ਨਾ ਸਾਧ ਸੰਗਤ ਦੇ ਵਿੱਚ, ਪੁੱਤਰਾ ਇਹੀ ਮੇਰਾ ਘਰ ਹੈ, ਇੱਥੇ ਤੂੰ ਮੁੜ ਕੇ ਆਉਣਾ ਹੈ। ਉਹੀ ਮੈਂ ਸਾਧ ਸੰਗਤ ਧਰਤੀ ਤੇ ਬਣਾ ਕੇ ਆਇਆ, ਤੇ ਉਹ ਸਾਧ ਸੰਗਤ ਦੇ ਵਿੱਚ ਤੂੰ ਨਾਮ ਜਪੀ ਮੇਰਾ। ਆਹ ਕੰਮ ਹੈ। ਹੁਣ ਇੱਥੇ ਆ ਕੇ ਵੀ ਮੁੜ ਕੇ ਆਪਾਂ ਨੂੰ ਨਿੱਤ ਰਹਿ ਰਸ ਸਮਝਾਉਂਦੇ ਆ, ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ, ਸਾਧ ਸੰਗ ਭੱਜ ਕੇ ਵਰਨਾ। ਹੁਣ ਵੀ ਸਾਨੂੰ ਸਮਝਾਉਂਦੇ ਆ ਮੁੜ ਕੇ ਭੁੱਲਿਆਂ ਨੂੰ। ਇਹ ਤਾਂ ਸਾਨੂੰ ਮਾਂ ਦੇ ਪੇਟ ਵਿੱਚ ਹੀ ਗੱਲ ਕਹੀ ਸੀ। ਹੁਣ ਸਾਨੂੰ ਭੁੱਲਿਆ ਹੋਇਆ ਨੂੰ ਮੁੜ ਕੇ ਭੁੱਲੇ ਮਾਰਗ ਜਿਹਨੇ ਬਤਾਇਆ, ਹੁਣ ਮਾਰਗ ਮੁੜ ਕੇ ਬਤਾਇਆ। ਅਸੀਂ ਤਾਂ ਭੁੱਲ ਗਏ ਸੀ। ਸਾਨੂੰ ਤਾਂ ਜਨਮ ਤੋਂ ਲੈ ਕੇ ਕਿਸੇ ਨੇ ਗੱਲ ਹੀ ਨਹੀਂ ਦੱਸੀ ਵੀ ਸਾਧ ਸੰਗਤ ਹੁੰਦੀ ਇੱਥੇ ਸੀਗੀ। ਗੁਰੂ ਸਾਹਿਬ ਵੀ ਸੀਗੇ ਜਦੋਂ ਅਸੀਂ ਹੁਣ ਕਲਯੁਗ 'ਚ ਜੰਮੇ ਆ, ਤੇ ਸਾਨੂੰ ਪਤਾ ਹੀ ਨਹੀਂ ਉਹਨਾਂ ਦਾ। ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਇਹ ਗੁਰੂ ਸਾਹਿਬ ਨੂੰ ਯਾਦ ਕਰਨਾ ਹੈ, ਸਾਧ ਸੰਗਤ 'ਚ ਗੁਰੂ ਸਾਹਿਬ ਦੇ ਬਣਨਾ ਹੈ, ਗੁਰੂ ਸਾਹਿਬ ਦੀ ਸ਼ਰਨ ਲੈਣੀ ਆ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜਨਾ ਹੈ, ਗੁਰੂ ਸਾਹਿਬ ਨਾਲ ਪ੍ਰੇਮ ਪਾਉਣਾ ਹੈ, ਚਰਨ ਧੂੜ ਲੈਣੀ ਆ। ਭਾਈ ਅਸੀਂ ਤਾਂ ਆਪ ਦੀ ਅਲੱਗ ਹਸਤੀ ਮੰਨ ਕੇ ਅਸੀਂ ਕਿਹਾ ਕੀ ਲੈਣਾ। ਸਭ ਕੁਛ ਜਿਉਂ ਵੱਡੇ ਹੁੰਦੇ ਗਏ ਸਾਨੂੰ ਮੈਂ ਨੂੰ ਪੱਠੇ ਪੈਂਦੇ ਗਏ, ਮੈਂ ਨੂੰ, ਹਉਮੈ ਨੂੰ, ਵੀ ਅਸੀਂ ਵੀ ਹਾਂ ਕੁਛ। ਸਾਨੂੰ ਪੜ੍ਹਾਈ ਵੀ ਜਿਹੜੀ ਕੱਚੀ ਬਾਣੀ ਦੀ ਕਰਾਈ ਗਈ, ਇੱਥੋਂ ਦੀਆਂ ਵਸਤੂਆਂ ਦੇ ਨਾਂ ਸਾਰੇ ਕੱਚੇ ਨੇ, ਕੱਚੀ ਚੀਜ਼ ਹੈ ਤੇ ਕੱਚੇ ਹੀ ਨਾਂ ਨੇ। ਉਹ ਪੂਰੀ ਵਿੱਦਿਆ ਪੜ੍ਹਾਈ ਗਈ, ਸਾਡੇ ਅੰਦਰ ਬਾੜੀ ਗਈ ਜਿੱਥੇ ਰੱਬ ਨੇ ਬਹਿਣਾ ਸੀ। ਤੇ ਉਹ ਬੜੀ ਔਖੀ ਪੜੀ। ਫਿਰ ਅੱਛਾ ਅਜੇ ਜਿਹੜੀ ਮਾਂ ਬੋਲੀ ਸੀਗੀ ਉਹ ਤਾਂ ਅਸੀਂ ਬੜੀ ਛੇਤੀ ਸਿੱਖ ਲਈ, ਸਾਨੂੰ ਮੁੜ ਤੋਂ ਹੀ ਸਿਖਾਈ ਗਈ। ਦੇਖੋ ਸਾਡੇ
ਅੰਦਰ ਆਤਮਾ ਦੇ ਕਿੰਨਾ ਅਸਰ ਛੇਤੀ ਜੈਸਾ ਸੇਵੇ ਤੈਸਾ ਹੋਵੇ। ਉਹ ਉਹੋ ਜਿਹਾ ਛੇਤੀ ਉਹਨੂੰ ਸਿੱਖ ਜਾਂਦਾ। ਪਰ ਫੇਰ ਪੰਗਾ ਪੈ ਗਿਆ, ਮੈਂ ਦੂਜੀ ਬੋਲੀ ਸਿੱਖ, ਹੋਰ ਬੋਲੀ ਸਿੱਖ, ਜਿੰਨੀਆਂ ਬੋਲੀਆਂ ਹਰੇਕ ਬੰਦਾ ਕੋਈ ਕਾਂ ਕਾਂ ਕਿਵੇਂ ਕਰੀ ਜਾਂਦਾ, ਕੋਈ ਕਾਂ ਕਾਂ ਕਿਵੇਂ। ਗੱਲ ਪਾਣੀ ਦੀ ਹੈ, ਉਵੇਂ ਪਾਣੀ ਵਾਟਰ, ਕੋਈ ਪਾਣੀ ਵਸਤੂ ਉਹੀ ਹੈ, ਪਰ ਉਹਦੇ ਨਾਂ ਅਲੱਗ ਅਲੱਗ ਧਰੇ ਨੇ, ਅੱਡ ਅੱਡ ਬੋਲੀਆਂ ਧਰੀਆਂ ਨੇ, ਅਲੱਗ ਅਲੱਗ ਭਿੰਨ ਭਿੰਨ ਤਰ੍ਹਾਂ ਦੀ ਮਾਇਆ ਬਣਾਈ ਆ, ਬਾਹਰਲੇ ਸਰੀਰ ਬਣਾਇਆ, ਭਿੰਨ ਭਿੰਨ ਦੀਆਂ ਬੋਲੀਆਂ ਬਣਾਤੀਆਂ, ਭਿੰਨ ਭਿੰਨ ਦੀਆਂ ਖਾਣੀਆਂ ਬਣ ਗਈਆਂ, ਸਭ ਕੁਛ ਭਿੰਨ ਭਿੰਨ ਆਕਾਰਾਂ 'ਚ ਹੈ, ਆਕਾਰਾਂ 'ਚ ਹੀ ਬੋਲੀਆਂ ਬਣ ਗਈਆਂ। ਅਤੇ ਸਾਨੂੰ ਬੜੀ ਮੁਸ਼ਕਿਲ ਆਉਂਦੀ ਹੈ ਜਦ ਦੂਜੀ ਬੋਲੀ ਸਿੱਖਣ ਲੱਗੀ ਅਤੇ ਵੜਦੀ ਹੀ ਨਹੀਂ ਅੰਦਰ, ਬੜੀ ਔਖੀ ਹੁੰਦੀ ਹੈ, ਬੜੇ ਔਖੇ ਹੁੰਦੇ ਆ। ਹੁਣ ਇੱਧਰਲੇ ਤਾਂ ਪੰਜਾਬੀ ਬੋਲਣੀ ਔਖੀ ਲੱਗਦੀ ਹੈ ਇਹਨਾਂ ਨੂੰ, ਸਾਨੂੰ ਅੰਗਰੇਜ਼ੀ ਬੜੀ ਔਖੀ ਲੱਗਦੀ ਹੈ, ਬੜੇ ਔਖੇ, ਬੜੇ ਅਸੀਂ ਕੁੱਟ ਕੱਟ ਖਾ ਖਾ ਕੇ ਅਤੇ ਧੱਕੇ ਖਾ ਖਾ ਕੇ ਵੀ ਇਹ ਤਾਂ ਜਾਣਾ ਪਊ ਦੂਏ। ਹੁਣ ਇੱਕ ਹੋਰ ਪ੍ਰਦੇਸ਼ 'ਚ ਆ ਗਏ ਆਪਾਂ, ਆਪਦੀ ਬੋਲੀ ਨੂੰ ਛੱਡਿਆ ਉੱਥੇ ਆਪਦੇ ਦੇਸ਼ ਨੂੰ। ਹੁਣ ਇਹਨੂੰ ਔਖੇ ਲਈ ਤੇ ਪੂਰੀ ਮਿਹਨਤ ਕਰਨੀ ਪੈਂਦੀ ਆ ਸਾਨੂੰ, ਤੇ ਪੂਰੀ ਮਿਹਨਤ ਕਰਨੀ ਪੈਂਦੀ ਆ। ਹਜੇ ਇਹਨੂੰ ਮਿਹਨਤ ਕਰਨ ਲਈ ਕਿੰਨੀ ਕੁ ਮਿਹਨਤ ਕਰਦੇ ਆ, ਪੂਰਾ ਜ਼ੋਰ ਲਾਉਂਦੇ ਆ, ਅਤੇ ਪਾਤਸ਼ਾਹ ਦੀ ਜਿਹੜੀ ਸੱਚੀ ਬਾਣੀ ਆ ਉਹਦੇ ਲਈ ਹੁਣ ਮਿਹਨਤ ਆ ਹੁਣ ਸਾਧ ਸੰਗਤ 'ਚ ਹੋ ਰਹੀ ਹੈ। ਜਿਹੜੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ। ਹੁਣ ਮਹਾਰਾਜ ਕਹਿੰਦੇ ਆ ਸੱਚੀ ਬਾਣੀ ਗਾ, ਬਾਣੀ ਤਾਂ ਗਾਵੋ ਗੁਰੂ ਕੇਰੀ, ਜਿਹੜੀ ਸੱਚਖੰਡ 'ਚ ਹੈ, ਗੁਰੂ ਨੇ ਉਹਨੇ ਲਿਆ ਕੇ ਦਿੱਤੀ ਹੈ, ਜਿਹੜੀ ਅਸਲੀ ਆ। ਬਾਣੀਆਂ ਸਰਬਾਣੀ, ਇਹ ਸਾਰੀਆਂ ਬਾਣੀਆਂ ਕੱਚੀਆਂ ਨੇ, ਇਹ ਸਾਰੀਆਂ ਬਾਣੀਆਂ ਕੱਚੀਆਂ ਨੇ। ਹੁਣ ਪੁੱਤਰਾ ਸੱਚੀ ਬਾਣੀ ਸਿੱਖ। ਹੁਣ ਕੱਚੀ ਬਾਣੀ ਬੋਲਦਿਆਂ ਹੋਇਆਂ ਨੂੰ ਹੁਣ ਸੱਚੀ ਬਾਣੀ, ਉਹਦਾ ਸਕੂਲ ਆ ਪਾਤਸ਼ਾਹ ਆ ਕੇ ਸੱਚੀ ਬਾਣੀ ਹੁਣ ਸਾਨੂੰ ਮੁੜ ਤੋਂ ਊੜੇ ਵਾਲੇ ਤੋਂ ਫੇਰ ਸਿੱਖਣੀ ਪੈਂਦੀ, ਇੱਕ ਓਂਕਾਰ ਤੋਂ ਲੈ ਕੇ ਸੱਚੀ ਬਾਣੀ, ਸੱਚੀ ਬੋਲ। ਹੁਣ ਕਿਉਂ? ਅਸੀਂ ਮੈਲ, ਕੱਚੀ ਬਾਣੀ ਨਾਲ ਤਾਂ ਮੈਲ ਲੱਗਦੀ ਹੈ, ਕੱਚੀ ਚੀਜ਼ ਨਾਲ ਸਾਰੇ ਨਾਲ ਮੈਲ ਲੱਗੀ ਹੋਈ ਹੈ, ਸਾਡਾ ਮੈਲੇ ਹੋਏ ਪਏ ਆ, ਅੱਡ ਹਸਤੀ ਮੰਨੀ ਬੈਠੇ ਆ, ਵੱਖਰੀ ਹੋਂਦ ਬਣਾਈ ਬੈਠੇ ਆ ਆਪਦੀ, ਕੱਚੇ ਹੀ ਬਾਹਰਲੇ ਸਰੀਰ ਦੇ ਮਗਰ ਲੱਗੇ ਆ, ਸਾਰੇ ਗੁਲਾਮ ਹੋਏ ਪਏ ਆ। ਆਹ ਹਾਲਤ ਆ ਸਾਡੀ ਪਹਿਲੀ। ਤੇ ਹੁਣ ਸੱਚੀ ਬਾਣੀ, ਸੱਚਾ ਨਾਮ, ਨਾਮ ਵੀ ਅਸੀਂ ਸਾਰੇ ਲੋਕਾਂ ਦੇ ਸਾਰਿਆਂ ਦੇ ਗਿੱਝ ਕੇ ਬੜੇ ਯਾਦ ਨੇ, ਫੋਨ ਨੰਬਰ ਵੀ ਯਾਦ ਨੇ, ਤੇ ਵਾਹਿਗੁਰੂ ਦਾ ਨਾਂ ਫੋਨ ਨੰਬਰ ਯਾਦ ਆ, ਨਾ ਸੱਚਾ ਨਾਮ ਯਾਦ ਆ। ਉਹ ਵੀ ਔਖਾ ਹੋਇਆ ਪਿਆ। ਕਿਉਂ? ਦੋਵੇਂ ਆਏ ਉੱਥੋਂ ਆ, ਦੇਖੋ ਤੁਸੀਂ, ਆਏ ਉੱਥੋਂ ਆ ਅਤੇ ਵਾਪਸ ਵੀ ਉੱਥੇ ਜਾਣਾ। ਉੱਥੇ ਹੋਏ ਬਿਨਾਂ ਉੱਥੇ ਜਾਏ, ਉੱਥੋਂ ਦਾ ਨਾਮ ਜਪੇ ਬਿਨਾਂ, ਉੱਥੋਂ ਦੇ ਉਹਦੇ ਨਾਲ ਟੈਲੀਫੋਨ ਮਿਲੇ ਬਿਨਾਂ, ਉਹਦੇ ਨਾਲ ਸਾਡਾ ਮਿਲਾਪ ਕਿੱਥੋਂ ਹੋ ਜੂ, ਸਾਡਾ ਮੇਲ ਕਿਵੇਂ ਹੋ ਜੇ। ਹੁਣ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਵਿਚਾਲੇ ਵਿਚੋਲਾ ਬਣ ਕੇ ਸਾਰੀਆਂ ਗੱਲਾਂ ਮੁੜ ਕੇ ਸਮਝਾ ਰਹੇ ਆ ਸ਼ਬਦ ਦੀ ਵਿਚਾਰ ਨਾਲ, ਬਈ ਭਾਈ ਤੂੰ ਆਹ ਗੱਲ ਆ ਤੇਰੇ ਨਾਲ ਹੋਈ ਦੇਖ ਲਾ, ਇਸ ਕਰਕੇ ਤੂੰ ਅੱਡ ਹੈ। ਹੁਣ ਮਹਾਰਾਜ ਕਹਿੰਦੇ ਆ ਮਾਂ ਪਿਓ ਦਾ ਆਖਾ ਮੰਨਦਾ ਸੀ, ਛੋਟਾ ਹੁੰਦਾ ਤਾਂ ਪੂਰਾ ਬਣਦਾ ਸੀ, ਜੋ ਵੱਡਾ ਹੋ ਜਾਂਦਾ ਦੇਖ ਲਓ ਹੁਣ ਆਪਣੇ ਸਾਰੇ ਬੱਚਿਆਂ ਦੀ ਖਲ ਸਾਰਿਆਂ ਦੀ ਕੋਈ ਹੋਊ ਆਗਿਆਕਾਰੀ ਪੁੱਤ ਮਾਪ ਦੇ ਮਾਂ ਪਿਓ ਦਾ, ਜਿਹੜਾ ਹਜੇ ਵੀ ਬਾਪ ਨੂੰ ਪੁੱਛ ਕੇ ਜਾਂਦਾ ਹੋਊ। ਤੇ ਦੁਨਿਆਵੀ ਤੇ ਨਹੀਂ, ਉਹ ਕਹਿੰਦੇ ਬਾਪੂ ਤੂੰ ਬਹਿ ਜਾ, ਤੈਨੂੰ ਕੀ ਪਤਾ, ਸਾਨੂੰ ਬਹੁਤਾ ਗਿਆਨ ਆ ਤੇਰੇ ਨਾਲ। ਅਸੀਂ ਵੀ ਨਾ ਸਾਡਾ ਹਾਲ ਵੀ ਉਵੇਂ ਆ, ਅਸੀਂ ਵੀ ਕਹਿਤਾ ਮਹਾਰਾਜ ਦਾ ਹੁਕਮ ਜਿਹੜੇ ਸੀਗੇ, ਹੁਕਮ ਮੰਨਣੋਂ ਹਟ ਗਏ, ਮਹਾਰਾਜ ਦਾ ਹੁਕਮ ਤਾਂ ਭੁੱਲ ਗਿਆ, ਮਾਂ ਪਿਓ ਦਾ ਹੁਕਮ ਤਾਂ ਭੁੱਲ ਗਿਆ। ਮਹਾਰਾਜ ਕਹਿੰਦੇ ਸੀਗੇ ਪੁੱਤਰਾ ਇਹ ਤੂੰ ਨਾ ਜਾ ਕੇ ਧਰਤੀ ਤੇ ਜਿਹੜਾ ਤੂੰ ਗੁਰੂ ਅਰਾਧੇਂਗਾ ਨਾ ਸਾਧ ਸੰਗਤ ਦੇ ਵਿੱਚ, ਉਹ ਤਾਂ ਰਹੇਗਾ ਜੇ ਤੂੰ ਮੇਰੀ ਮਰਜ਼ੀ ਅਨੁਸਾਰ ਰਹੇਗਾ। ਮੇਰੀ ਮਰਜ਼ੀ ਅਨੁਸਾਰ ਰਹੇਗਾ ਤਾਂ ਗੁਰੂ ਯਾਦ ਕਰ ਸਕੇਗਾ। ਉਹਨੂੰ ਹੁਕਮ ਰਜਾਈ ਕਹਿੰਦੇ ਆ। ਮੇਰੇ ਭਾਣੇ, ਭਾਣਾ ਕੀ ਹੈ? ਭਾਣਾ, ਰਜਾ ਤੇ ਹੁਕਮ, ਤਿੰਨ ਚੀਜ਼ਾਂ ਨੇ। ਹੁਕਮ ਤਾਂ ਹੈ ਆਰਡਰ, ਮਹਾਰਾਜ ਦਾ ਆਰਡਰ ਸਾਰੀ ਦੁਨੀਆ ਤੇ ਚੱਲਦਾ। ਹੁਕਮੇ ਜੰਮਣਾ, ਹੁਕਮੇ ਵਰਨਾ, ਸਾਰੀ ਦੁਨੀਆ ਨੂੰ ਪੈਦਾ ਕਰ ਰਿਹਾ ਹੁਕਮ ਥੱਲੇ, ਜੰਮਣ ਵਰਨਾ ਹੁਕਮ ਹੈ, ਭਾਣੇ ਆਵੇ ਜਾਏ। ਹੁਣ ਉਹਨੂੰ ਜਿਹਨੂੰ ਚੰਗਾ ਲੱਗਦਾ ਹੈ ਨਾ ਉਹ ਆਉਂਦਾ ਹੈ, ਜਿਹੜਾ ਭਾਣੇ ਦਾ ਅਰਥ ਨੇ ਉਹਨੂੰ ਚੰਗਾ ਲੱਗਦਾ ਹੈ, ਉਹਨੂੰ ਧਰਤੀ ਤੇ ਚੰਗਾ ਲੱਗਦਾ, ਉਹਨੂੰ ਜਿਹੜੀ ਚੀਜ਼ ਸਾਨੂੰ ਉਹਨੂੰ ਚੰਗੀ ਲੱਗਦੀ ਹੈ ਉਹ ਸਾਨੂੰ ਦਿੰਦਾ, ਉਹਨੂੰ ਭਾਣਾ ਕਹਿੰਦੇ ਆ। ਉਹ ਸਾਨੂੰ ਜਿੰਨਾ ਚਿਰ ਅਸੀਂ ਉਹਦੇ ਹੁਕਮ, ਪਹਿਲਾਂ ਤਾਂ ਹੁਕਮ ਹੀ ਭੁੱਲੇ ਪਏ ਆ, ਉਹਦੀ ਰਜਾ ਹੀ ਭੁੱਲੀ ਬੈਠੇ ਆ। ਅਸੀਂ ਤਾਂ ਆਪ ਦਾ ਹੁਕਮ, ਆਪ ਦੀ ਮੈਂਜ ਕਹਿੰਦੇ ਆ, ਅਸੀਂ ਆਪ ਦੀ ਮਰਜ਼ੀ ਨਾਲ ਚੱਲਦੇ ਆ।
ਰਜਾਈ ਹੁੰਦਾ ਮਰਜ਼ੀ। ਅਸੀਂ ਤਾਂ ਆਪਦੀ ਮਰਜ਼ੀ ਨਾਲ ਚੱਲਣਾ। ਅਸੀਂ ਤਾਂ ਦੁਨਿਆਵੀ ਮਾਂ ਪਿਓ ਦਾ ਆਖਾਂ ਨਹੀਂ ਮੰਨਦੇ, ਤੇ ਤੇਰਾ ਕਿੱਥੋਂ ਆਖਾਂ ਮੰਨ ਲਾਂਗੇ ਪੁੱਤ ਬਾਪੂ? ਤੇਰਾ ਆਖਾਂ ਵੀ ਨਹੀਂ ਮੰਨਣਾ ਅਸੀਂ। ਹੁਣ ਇਹ ਮੁੜ ਕੇ ਸੂਖਸ਼ਮ ਆਖਾਂ ਮਨਾਉਣ ਦੀ ਗੱਲ ਕਰ ਰਹੇ ਆ ਮਹਾਰਾਜ ਮੁੜ ਕੇ, ਵੀ ਮੇਰੀ ਮਰਜ਼ੀ ਆ ਹੈ। ਮੈਂ ਤੈਨੂੰ ਮੁੜ ਮੁੜ ਕੇ ਸਾਰੇ ਬਚਨਾਂ ਰਾਹੀਂ ਸਮਝਾਉਂਦੇ ਆ ਵੀ ਹੁਕਮ ਕੀ ਚੀਜ਼ ਆ, ਭਾਣਾ ਕੀ ਚੀਜ਼ ਆ, ਰਜਾ ਕੀ ਚੀਜ਼ ਆ। ਇਹ ਅੱਖਰ ਨਾ ਪੜ੍ਹ ਸਮਝੀ, ਇਹ ਤੂੰ ਚੱਲਣਾ ਹੈ ਉਵੇਂ, ਜੀਵਨ 'ਚ ਚੱਲਣਾ ਉਵੇਂ। ਤੂੰ ਮਾਂ ਪਿਓ ਤੇਰੇ ਮੈਂ ਆ, ਤੂੰ ਹੈ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਮੇਰਾ ਸਖਾ, ਤੂੰ ਮੇਰਾ ਬੰਧਵ ਸਖਾ ਸਖਾਏ। ਗੁਰੂ ਨਾਨਕ ਹੈ ਸਾਡਾ ਸਭ ਕੁਛ, ਮਾਂ ਪਿਓ ਗੁਰੂ। ਤੇ ਹੁਣ ਗੁਰੂ ਦਾ ਆਖਾਂ ਮੰਨਣਾ ਆਪਾਂ, ਹਰ ਗੱਲ ਗੁਰੂ ਦੀ ਮੰਨਣੀ ਹੈ। ਤਾਂ ਹੀ ਗੁਰਬਾਣੀ ਦੀ ਵਿਚਾਰ ਕਰਨੀ ਆ ਵੀ ਆਖਾਂ ਸਾਨੂੰ ਆਖੇ ਦਾ ਤਾਂ ਪਤਾ ਲੱਗ ਜੇ ਨਹੀਂ ਤਾਂ ਪੜ੍ਹੀ ਜਾਂਦੇ ਆ ਅਸੀਂ। ਤੇਰੇ ਅਸੀਂ ਨਾ ਹੁਕਮ ਤੇਰੇ ਪੜ੍ਹ ਲੈਣੇ ਆ ਬਸ, ਨਿੱਤ ਅਸੀਂ ਪੜ੍ਹ ਲਿਆ ਕਰਾਂਗੇ ਤੇਰੇ ਹੁਕਮ, ਤੇਰੇ ਆ ਨੇ ਬਸ ਅਸੀਂ ਪੜ੍ਹ ਲਿਆ ਕਰਾਂਗੇ। ਪੜ੍ਹ ਲਿਆ ਤੂੰ ਬੜਾ ਖੁਸ਼ ਹੋ ਜਾਂਦੇ ਨਾ, ਖੁਸ਼ ਹੈ ਨਾ। ਹੁਣ ਮਾਂ ਪਿਓ ਨੂੰ ਕਹਿ ਦੇਵੇ ਵੀ ਤੂੰ ਹੁਕਮ ਕਰਦਾ ਭਾਈ ਠੀਕ ਆ ਸ਼ਰਾਬ ਨਾ ਪੀ, ਮੈਂ ਤਾਂ ਕਹਿਦਾ ਕਿ ਸ਼ਰਾਬ ਨਹੀਂ ਪੀਣੀ ਬਾਪੂ ਤੂੰ ਕਿਹਾ, ਸ਼ਰਾਬ ਨਹੀਂ ਪੀਣੀ ਬਾਪੂ ਤੂੰ ਕਿਹਾ। ਸ਼ਰਾਬ ਪੀਣੋਂ ਨਹੀਂ ਮੈਂ ਹਟਣਾ, ਉਹ ਨਹੀਂ ਕੰਮ ਕਰਨਾ, ਹੁਕਮ ਮੰਨਣਾ ਨਹੀਂ। ਹੁਕਮ ਤੇਰਾ ਮੈਂ ਨਾ ਨਿੱਤ ਦੁਹਰਾ ਲਿਆ ਕਰੋ। ਇਹ ਤਾਂ ਸਾਡੀ ਹੈਗੀ ਬਚਨ ਪੜ੍ਹਨੇ ਕੇਵਲ ਇਹ ਸਾਰਿਆਂ ਨੂੰ ਹੈ ਤਾਂ ਸੱਚੇ ਪੜ੍ਹਨੇ ਆ। ਹੁਕਮ ਨਿੱਤ ਯਾਦ ਕਰੀ ਜਾਂਦੇ ਆ, ਹੁਕਮਾਂ ਨੂੰ ਪੂਰਾ ਯਾਦ ਕੀਤਾ ਹੋਇਆ ਸਾਡਿਆਂ ਨੂੰ, ਰਟੇ ਆਏ ਪਏ ਨੇ, ਪਰ ਅੰਦਰ ਨਹੀਂ ਵੜਦਾ ਕੋਈ, ਅੰਦਰ ਨਹੀਂ ਖੁੱਭਦਾ। ਅੰਦਰ ਉਹ ਤੇ ਚੱਲਿਆ ਜਾਣਾ ਜਿਹੜਾ ਉਹ ਹੋਰ ਗੱਲ ਹੈ, ਹੁਕਮ ਪੜ੍ਹਨਾ ਹੋਰ ਗੱਲ ਹੈ, ਅੰਦਰ ਗੁਣਨਾ ਹੋਰ ਗੱਲ ਹੈ, ਅੰਦਰ ਮੰਨਣਾ ਹੋਰ ਗੱਲ ਹੈ, ਅੰਦਰ ਬੁੱਝਣਾ ਹੋਰ ਗੱਲ ਹੈ। ਜਾ ਕੇ ਤਾਂ ਪਾਣੀ ਥੱਲੇ ਆਉਣਾ, ਤਾਂ ਸਾਨੂੰ ਪਾਣੀ ਦੀ ਸਮਝ ਲੱਗਣੀ। ਬਾਪੂ ਨੂੰ ਆਹ ਚਾਹੀਦਾ, ਆ ਇੱਥੋਂ ਖੁਸ਼ ਹੁੰਦਾ ਮਹਾਰਾਜ। ਪਾਣੀ ਦਾ ਮਤਲਬ ਖੁਸ਼, ਮਹਾਰਾਜ ਜਿੱਥੋਂ ਉਹਨਾਂ ਨੂੰ ਚੰਗਾ ਲੱਗਦਾ ਹੈ, ਖੁਸ਼ ਹੋਏ ਨੇ। ਤੇ ਮਹਾਰਾਜ ਕਹਿੰਦੇ ਆ ਮੇਰਾ ਪੁੱਤ, ਮੇਰਾ ਸਿੱਖ ਉਹ ਹੈ, ਉਹ ਮੇਰਾ ਮਿੱਤਰ ਆ, ਉਹ ਮੇਰਾ ਦੋਸਤ ਆ, ਮੇਰਾ ਸਭ ਕੁਛ ਹੈ ਪੁੱਤ ਸਿੱਖ, ਜਿਹੜਾ ਮੇਰੇ ਭਾਣੇ ਥੱਲੇ ਆ ਜਾਵੇ। ਭਾਣਾ ਆਪਾਂ ਬਹੁਤ ਸਪਸ਼ਟ ਮਹਾਰਾਜ ਨੇ ਬਹੁਤ ਭਾਣੇ ਬਹੁਤ ਵਿਚਾਰਾਂ ਸਮਝਾਈਆਂ ਨੇ। ਇੱਥੇ ਤਾਂ ਆਪਾਂ ਮਾੜੀ ਜੀ ਸਮਝ ਕੇ ਤੁਰ ਜਾਣਾ। ਤੇ ਤੂੰ ਆਪਦੀ ਮਰਜ਼ੀ ਨਾਲ, ਵੀ ਮੇਰੀ ਮਰਜ਼ੀ ਤਾਂ ਆ ਹੈ, ਆਪਣੇ ਭਾਣੇ ਜੋ ਚੱਲੇ ਭਾਈ ਸੋ ਵਿਛੜ ਚੋਟਾ ਖਾਵੇ। ਅਸੀਂ ਜਦੋਂ ਤੇ ਫਿਰ ਦੁਨਿਆਵੀ ਮਾਂ ਪਿਓ ਦਾ ਵੀ ਨਹੀਂ ਆਖਾਂ ਮੰਨਦੇ, ਸੱਚੇ ਪਾਤਸ਼ਾਹ ਦੇ ਤਾਂ ਨੇੜੇ ਵੀ ਨਹੀਂ ਜਾਂਦੇ ਉਹਦੇ। ਤੇ ਅਸੀਂ ਤਾਂ ਇੱਥੋਂ ਤੱਕ ਹੈ ਮਨਮੁਖ ਜਿਹੜਾ ਨਾ, ਅਸੀਂ ਵੀ ਮਨਮੁਖ ਰਹੇ ਹਾਂ। ਹੁਣ ਤਾਂ ਸੱਚੇ ਪਾਤਸ਼ਾਹ ਨੇ ਆਪਦੇ ਲੜ ਲਾਇਆ ਹੋਇਆ ਜੇ ਦਾਸ ਬਣ ਕੇ, ਤੇ ਅਜੇ ਤਾਂ ਆਪਦਾ ਅੱਡ ਜਿਹੜੀ ਹਸਤੀ ਹੈ ਆਪਾਂ ਗਣਾਉਣ ਦਾ, ਉਹ ਮਹਾਰਾਜ ਦੀ ਕਿਰਪਾ ਨਾਲ ਮਟਾਉਣਾ, ਮਹਾਰਾਜ ਦੇ ਅੱਗੇ ਮਿੰਨਤਾਂ ਤਰਲੇ ਕਰਦੇ ਹਾਂ ਵੀ ਸਾਨੂੰ ਹੁਣ ਤੱਕ ਸਾਡਾ ਤੇਰਾ ਬਾਪੂ ਪਤਾ ਨਹੀਂ ਲੱਗਿਆ ਸੀ ਵੀ ਤੇਰੀ ਮਰਜ਼ੀ ਕੀ ਹੈ। ਤੇਰੀ ਮਰਜ਼ੀ ਤਾਂ ਨਾ ਤੇਰਾ ਅਸੀਂ ਹੁਕਮ ਮੰਨਿਆ ਤੇ ਨਾ ਤੇਰੀ ਮਰਜ਼ੀ ਅਨੁਸਾਰ ਚੱਲੇ ਆ। ਪਾਤਸ਼ਾਹ ਹੁਣ ਮਿਹਰ ਕਰ, ਹੁਣ ਤਾਂ ਸਾਡੀ ਹਾਲਤ ਆ ਹੈ। ਪਰ ਮਨਮੁਖ ਜਿਹੜਾ ਕਾਹੇ ਭੂਤ ਸੰਗਰਤ ਝਗਰਤ ਹਉ ਸੰਗ ਬਾਪ, ਉਹ ਹੁਕਮ ਦੀ ਇਲਾਵਾ ਬਾਪੂ ਨਾਲ, ਉਹ ਹੁਕਮ ਦਾ ਮੰਨਣਾ ਕੀ ਆ, ਬਾਪੂ ਨਾਲ ਲੜਾਈ ਕਰਦਾ ਹੈ, ਜਲਾਈ ਕਰਦਾ ਹੈ, ਝਗੜਾ ਕਰਦਾ ਹੈ। ਘਰਾਂ 'ਚ ਲੜਾਈਆਂ ਦੇਖੀਆਂ ਨੇ, ਸਾਰੇ ਕਿਸੇ ਦੇ ਹੁਕਮ ਮੰਨਣ ਪਿੱਛੇ ਹੀ ਆ। ਸਾਰੀਆਂ ਲੜਾਈਆਂ ਝਗੜੀਆਂ ਦੁਨੀਆ 'ਚ ਧੁਰ ਤੋਂ ਲੈ ਕੇ ਕੂੜਾ ਹੰਕਾਰ, ਜਿਹਦੇ 'ਚ ਉਹ ਕਹਿੰਦਾ ਮੇਰਾ ਹੁਕਮ ਮੰਨੋ, ਮੈਂ ਨਹੀਂ ਮੰਨਣਾ ਕਿਸੇ ਦਾ, ਆਹ ਕਾਰਨ ਹੈ। ਮੈਂ ਇਹ ਬੜਾ ਔਖਾ ਹੈ। ਦੁਨਿਆ ਵੀ ਕਿਸੇ ਦਾ ਹੁਕਮ ਨਹੀਂ ਮੰਨਦਾ, ਕੋਈ ਕਿਸੇ ਦਾ ਨਹੀਂ ਹੁਕਮ ਮੰਨਦਾ। ਤੇ ਕਾਹਦਾ ਹੁਕਮ ਮੰਨਦਾ? ਮਾਇਆ ਦੇ ਹੁਕਮ ਥੱਲੇ ਚੱਲ ਰਿਹਾ। ਉਹਦੇ ਐਨ ਜਿਵੇਂ ਉਹ ਕਹਿੰਦੀ ਆ ਅੰਦਰੋਂ, ਉਹਨੂੰ ਹੀ ਪਿਆਰ ਕਰਦਾ ਹੈ, ਉਹਨੂੰ ਹੀ ਮੰਨਦਾ ਕਿਸੇ ਦਾ ਹੁਕਮ, ਆਪਦੀ ਮਰਜ਼ੀ। ਉਹਨੂੰ ਉਹ ਕਹਿੰਦੀ ਹੈ ਤੇਰੀ ਮਰਜ਼ੀ ਹੈ, ਐਸ਼ ਰਹਿ, ਦੇਖ ਮੈਂ ਤੇਰੇ ਕੋਲੇ ਜਿੰਨੇ ਵੀ ਤੈਨੂੰ ਭੋਗਣ ਨੂੰ ਜਿੰਨੇ ਰਸ ਕਹੇਗਾ, ਜਿੰਨੇ ਕੁ ਰਸ ਮੇਰੇ ਨਾਲ ਤੂੰ ਮਾਣ, ਤੂੰ ਸੋਹਣਾ ਬਣ, ਤੂੰ ਵੱਡਾ ਬਣ, ਤੋ ਤੇਰੇ ਵਰਗਾ ਟੌਰ ਨਾ ਹੋਵੇ ਦੁਨੀਆ 'ਚ, ਐਡਾ ਵੱਡਾ ਘਰ ਬਣਾ। ਸਭ ਕੁਛ ਉਲਟ ਕੰਮ ਕਰਤਾ, ਸਭ ਕੁਛ ਉਲਟ ਕੰਮ ਕਰਤਾ।
देखो साड़ी हालत इन्नी बिगड़ी हुई है सच्चे पास। मन बिगड़ गया, जो हुक्म ना मन्ने बिगड़ गया। बिगड़े हुए मन नूं हुण सीधा कर रहे हैं गुरु साहब डंडियां नाल। जे कोई डर भै रखूगा तां, कोई डंडा नहीं मारते महाराज, सजा दिंदे आ, कोई थोड़ी बहुत दुख दिंदे आ महाराज, वो साडा भले ਲਈ दिंदे आ। तुम करो भला हम भला ना जाने, वो भला ही करते आ साडा। हाँ, हर एक बंदे का भला करते हो भी ये नेड़े आ जे मेरे, ये मेरे तो दूर चला गया, मेरा हुक्म मनण तो अनकारी होया फिरदा, धक्के खांदा फिरदा, तरस आउंदा उहनूं सारी सृष्टि ते। ये नहीं भी वो तरस बई दूजिਆਂ ते तरस आउंदा, तरस आउंदा उहनूं सारी सृष्टि ते। बारी आऊ पता नहीं जुगां जुगां बार पता नहीं कदों बारी आउणी ओहदी, हरेक दी आउणी आ। हरेक नूं मिलाप हासिल करना पैना, किसे हरेक नूं एवें ही बिन हर भजन ना ही छुटकारा, किसे दा छुटकारा नहीं होना। दुखी होके धक्के खा के 84 ਲੱਖ जून हो के जुत्तियां खा के ते सारियां रूहां ने मुड़ के फिर गुरु साहब दे छानी पैना। ते सतगुर साडे दा सच्चे पातशाह दा करोड़ां बार धन्नवाद नहीं भी सानू आपदे चरण शरण च सट लिया। ते महाराज हुण साडी ना साडे विचों इको ही मिहनत तरला है भी साडे विचों ना अंदरों साडी हौमे कढ दे, अंदरों ये कढ दे बस। ये अंदरों का जिदन हौमे कढ गए, हौमे बूझे तो दर सुझे, उदने ही सानू महाराज दे दर्शन आ। साडा आपा जिहड़ा हौमे दा अलग आ गवाया जावे, बस अलग हस्ती साडी गायब कर दे। है तो तेरे पुत सी, तू ही तो व्यापक सी, ते असीं कित्थों आ गए बई? असीं महाराज एवें ही बने हुए हाँ, असीं एवें ही, साडी हस्ती कोई नहीं है। सारियां अखां मीच के देखोगा सारी सृष्टि विच आपां कित्थे का, अपनी हस्ती किड्डी का, कनेडा किड्डा का, घर किड्डा का, उदों आ जाओ साडी हस्ती की आ, असीं कौन आ? ये आप पछाण ही भुल गया पुत्रा मैनू याद। मैं तेनू इवें तां गल कही सी भी मैनू भुल्ली ना, तेरी आप दी पछाण भी भुल जानी है जे तू मैनू भुल गया। तू तो माया दा पुत्त ही बन के रह जाना, सारा कुछ वो इकट्ठा करता रहना जिहदे नाल बगाना ही रहेगा, मेरे नाल बगाना ही रहेगा, मेरे नाल जोड़ ही नहीं सकेगा, बिछड़े ही रहेगा। साडी हालत वो आ ते हुण रो के महाराज दे अगे रोना क्यों आ? रो के सानू मुड़ के बिछड़िया नूं सच्चे पातशाह धोते जाण साडे पाप। जन्म जन्म के कैल विख दुख उतरे, जन्मां जन्मां दे दुख कैल विख खुबे पए आ, जहर दे माया दे तू आपे मेल ला। अपने भाणे जो चले बिछड़े अपने भाणे, सो बिछड़ चोटा खावे, जुत्तियां खाते फिरते हैं। हुण भी दुखी हाँ, सौखे थोड़ा आ बिछड़े दुखी हाँ। महाराज इत्थे आके इत्थे भी नहीं, इत्थों माया इत्थे भी नहीं आउण दिंदी, इत्थों भी कहती आ नवीं घौंतरां करदी है, इत्थे बिछड़े ही रवां मैं। बीबी ने शब्द पढ़िया संगत तो बिना मैल भर जानी आ, पर संगत सानू मैल का पता ही नहीं, मैल भर जानी है। मैल जदों हो गए, मैल माया दी है, मैल बकारां दी है, उन्हें सारी रब भुला देना अगली दुनिया ते। अगली दुनिया तो हुण नहीं होश आउंदी, क्यों? जिहड़ी दुनिया में आए पे आ हुणे बच्ची ने शब्द पढ़िया, हज़ारां सूरज चढ़ जाण, 100 सूरज चढ़ जाए, चंद चढ़ जाण, तो गुरु कहना हनेरा कित्थे आ बई? हनेरा तो अंदरले नूं आ, वो तो सूरज चानण नाल बाहर दीवियां नाल जदों अंदरला बाहर नूं देखदा उदों दींदा उहनूं, परंतु अपना आप दींदा उहनूं, सचखंड दींदा उहनूं, गुरु साहब दींदे ने। जद हनेरा तां दिसदा ही नहीं हैगा, चानण सारे देखो सारी सृष्टि विच चानण आ सानूं पता लग जे प्रकाश ही प्रकाश आ। क्यों? बापू ही तो रमिया होया। हुणे फिर बच्ची ने दूआ शब्द पढ़िया सी, अखां ला दिओ गुरे दिखाए लोए ना मैनू, अखां ला दिओ, कित्थे मैं कित्थे, इत्थे उत्थे, तैनूं अगली दुनिया च भी घट घट हरेक शरीर च तू दिसे। वो अखां लगदियां, वो लगियां ही आ, वो तो अखां ही होर लगणियां ने।
ਗੁਰੂ ਦਿਖਾਏ ਲੋਨਾ ਪਾ ਸ਼ਬਦ ਥੋੜ੍ਹਾ ਪੜ੍ਹ ਲੈਣਾ ਉੱਚੀ ਲੋਇਨਾ ਦਾ ਪਾਰਸ਼ਾ ਲੱਗੀਆਂ ਨਹੀਂ ਹੋਈਆਂ ਸਾਡੇ ਅਜੇ, ਅੱਖਾਂ ਤਾਂ ਹੋਈਆਂ ਨਹੀਂ ਹਜੇ, ਤਾਂ ਸਾਨੂੰ ਤਾਂ ਹਰ ਇੱਕ ਦੀਦਾ ਹੋਰ ਆ ਹੋਰ ਆ ਹੋਰ ਆ, ਔਰ ਇੱਥੇ ਤਾਂ ਦੀਦਾ ਹਰ ਇੱਕ ਚੀਜ਼ ਨੂੰ ਅਸੀਂ ਜਿਹਨੂੰ ਦੇਖਦੇ ਹਾਂ ਅੱਖਾਂ ਨਾਲ ਉਹਦੇ ਵੱਲ ਹੀ ਮੋਹੇ ਜਾਂਦੇ ਹਾਂ, ਉਹਨੂੰ ਹੀ ਸੁਣਾਈ ਜਾਂਦੇ ਹਾਂ, ਉਹਦੀ ਨਿੰਦਿਆ ਕਰੀ ਜਾਂਦੇ ਹਾਂ। ਸਾਡੇ ਹਾਲਤ ਆਹ ਹੈ, ਤੇ ਤੂੰ ਤਾਂ ਦੇਖਦਾ ਨਹੀਂ ਸਾਨੂੰ ਕਿਤੇ ਵੀ। ਕਿਉਂ? ਅੰਨਾ ਹੈ, ਅੰਨੇ ਹੁਣ ਅੰਨੇ ਪਤਾ ਲੱਗਾ, ਅੰਨੇ ਨੂੰ ਨਹੀਂ ਦੀਨਾ ਹੁੰਦਾ। ਚਾਹੇ ਸੂਰਜ ਚਾਨਣ ਹੋਵੇ, ਉੱਲੂ ਨੂੰ ਨਹੀਂ ਦੀਨਾ ਹੁੰਦਾ। ਨਿੱਤ ਸੂਰਜ ਚੜ੍ਹਦਾ, ਉੱਲੂ ਅੰਨਾ। ਅਸੀਂ ਵੀ ਉੱਲੂ ਆ, ਜਿੰਨਾ ਚਿਰ ਸਾਡੇ ਇਹ ਦ੍ਰਿਵ ਦ੍ਰਿਸ਼ਟੀ ਅੱਖਾਂ ਲੋਇਨਾ ਲੱਗਦੀਆਂ ਨਹੀਂ। ਇਹ ਪਾਤਸ਼ਾਹ ਨੇ ਲਾਉਣੀਆਂ, ਗੁਰੂ ਦਿਖਾਏ ਲਾਉਣਾ। ਗੁਰੂ ਇਹੀ ਅੱਖਾਂ ਲਾਉਂਦਾ, ਮੁੜ ਕੇ ਅੰਨੇ ਤੋਂ ਸਜਾਖਾ ਬਣਾਉਂਦਾ। ਪਰ ਅਸੀਂ ਅੰਨੇ ਹੀ ਰਹਿਣਾ ਚਾਹੁੰਦੇ ਹਾਂ। ਮਹਾਰਾਜ ਅੰਨਿਆਂ 'ਚ ਬੜਾ ਸੌਖ ਹੈ, ਅਸੀਂ ਤਾਂ ਐਸ਼ ਲੈ ਰਹੇ ਅੰਨੇ, ਸਾਨੂੰ ਕੀ ਨਹੀਂ ਦੀਦਾ। ਪਰੰਤੂ ਸਤਿਗੁਰ ਦਿਸਦੇ ਆ ਜਿੱਥੇ ਵਾਪਸ ਜਾਣਾ, ਘਰ ਦਿਸਦਾ ਜਿੱਥੋਂ ਆਇਆ, ਤੈਨੂੰ ਸੱਚਖੰਡ ਦਿਸਦਾ ਕਿੱਥੋਂ ਆਇਆ, ਤੈਨੂੰ ਅਗਲੀ ਦੁਨੀਆ ਦੇਵੀ ਦੇਵਤੇ ਦਿਸਦੇ ਆ, ਤੈਨੂੰ ਬ੍ਰਹਮੰਡਾਂ ਵਿੱਚ ਰਮਿਆ ਬਾਪੂ ਦੀਦਾ, ਚਾਨਣ ਦੀਦਾ, ਕੁਛ ਵੀ ਨਹੀਂ ਦੀਦਾ, ਕੁਛ ਵੀ ਨਹੀਂ ਦੀਦਾ। ਫਿਰ ਅੰਨਾ ਹੀ ਹੈ। ਅੰਨਾ ਹੁਣ ਮਹਾਰਾਜ ਅੱਖਾਂ ਨਾਲ ਸ਼ਬਦ ਗੁਰੂ ਨੇ ਅੱਖਾਂ ਲਾਉਣੀਆਂ। ਸ਼ਬਦ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ ਸਾਡੇ ਤੇ, ਅੱਖਾਂ ਲਵਾਉਣਗੇ ਸਾਡੇ। ਨਾਨਕ ਸੇ ਅੱਖੜੀਆਂ ਬਿਆਨ ਉਹ ਹੋਰ ਨੇ, ਜਿਹਨਾਂ ਦਸੰਦੋ ਮਹਾਂਪੁਰੀ ਜਿਹਦੇ ਨਾਲ 12 ਦਿਸਣਾ। ਮਹਾਰਾਜ ਤਾਂ ਕਹਿੰਦੇ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਆਹ ਦਿਵ ਦ੍ਰਿਸ਼ਟੀ ਆਹ ਹੈ ਜਿਹੜੀਆਂ ਅੱਖੀਆਂ ਅਗਲੀਆਂ ਲੱਗਣੀਆਂ ਨੇ। ਜਦੋਂ ਉਹ ਅੱਖਾਂ ਅੰਦਰੋਂ ਲੱਗੀਆਂ, ਸੁਰਤ ਨਾਲ ਲੱਗੀਆਂ, ਉਹ ਸੁਰਤ ਦੀਆਂ ਅੱਖਾਂ ਨੇ। ਉਹ ਸੁਰਤ ਹੀ ਬਾਹਰ ਦੇਖਦੀ ਹੈ। ਸੁਰਤ ਬਾਹਰ ਤਾਂ ਬੜੇ ਦੇਖਦੀ ਹੈ ਨਜ਼ਾਰੇ, ਪਰ ਸੁਰਤ ਨੂੰ ਅੰਦਰਲਾ ਨਜ਼ਾਰਾ ਨਹੀਂ ਦੇਖਦੀ ਸੁਰਤ। ਕਿਉਂ? ਹਉਮੈ ਵਾਲੀ ਸੁਰਤ ਹੈ। ਹਉਮੈ ਵਾਲੀ ਸੁਰਤ ਮੈਂ ਹਾਂ, ਮੈਂ ਦੇਖਦਾ, ਮੈਂ ਮੰਨ ਰਿਹਾ, ਮੈਂ ਹਉਮੈ ਵਾਲੀ ਸੁਰਤ ਹੈ। ਜਦੋਂ ਹੁਕਮ ਵਾਲੀ ਸੁਰਤ ਹੋ ਗਈ ਨਾ ਗੁਰੂ ਸਾਹਿਬ ਦੀ, ਕਿ ਗੁਰੂ ਸਾਹਿਬ ਨੇ ਅੱਖਾਂ ਲਾ ਦੇਣੀਆਂ, ਸੁਰਤ ਖਤਮ ਹੋ ਗਈ ਆਪਦੀ, ਮੈਂ ਤਾਂ ਖਤਮ ਹੋ ਗਈ। ਹੁਕਮ ਵਾਲੀ ਸੁਰਤ ਆ ਗਈ, ਹੁਕਮ ਵਾਲੀ ਸੁਰਤ ਆਈ ਤਾਂ ਸਾਨੂੰ ਸਾਰੇ ਰੱਬ ਦਿਸਣ ਲੱਗ ਜਾਣਾ, ਅੰਦਰ ਵੀ ਪ੍ਰਕਾਸ਼ ਹੋ ਜਾਣਾ, ਸੱਚਖੰਡ ਵੀ ਦਿਸਣ ਲੱਗ ਜਾਣਾ, ਬਾਪੂ ਵੀ ਦਿਸਣ ਲੱਗ ਜਾਣਾ। ਤੇ ਉਦੋਂ ਸਾਨੂੰ ਪਤਾ ਲੱਗਣਾ ਬਾਪ ਹਮਾਰਾ ਸਾਧ ਚਰਨ ਜੀਵੀ, ਭਾਈ ਹਮਾਰੇ ਸਾਧ ਹੀ ਜੀਵੀ। ਪਤਾ ਲੱਗਿਆ ਇਹ ਤਾਂ ਗੁਰੂ ਸਾਹਿਬ ਇਹ ਤਾਂ ਗਏ ਹੀ ਨਹੀਂ ਕਿਤੇ, ਇਹਦਾ ਕੋਈ ਸ਼ਹੀਦ ਹੀ ਨਹੀਂ ਹੋਇਆ। ਇਹਦਾ ਸੱਚਖੰਡ ਚੋਂ ਮਹਾਰਾਜ ਇੱਥੇ ਸਾਡੇ ਲਈ ਪਰਉਪਕਾਰ ਲਈ ਜਨਮ ਮਰਨ ਦੋਹੂਵੇਂ ਨਹੀਂ ਆਏ ਸੀ, ਤੇ ਇਹਦਾ ਫਿਰ ਆਨੰਦਪੁਰ ਦੇ ਵਾਸੀ ਨੇ। ਆਨੰਦਪੁਰ ਹੈ ਤਾਂ ਸਾਨੂੰ ਜਦੋਂ ਆਨੰਦਪੁਰ ਦੇ ਵਾਸੀ ਬਣ ਗਏ, ਉਦੋਂ ਆਨੰਦਪੁਰ ਦੇ ਵਾਸੀ ਬਣੇ ਨਹੀਂ ਹੈ। ਜੇ ਕਈ ਮਹਾਰਾਜ ਨੇ ਕਹਿਤਾ ਵੀ ਆਨੰਦਪੁਰ ਦਾ ਵਾਸੀ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜਵਾਨੀ ਆ, ਜੇ ਮੰਨਦੇ ਨਹੀਂ ਆ। ਮਾਤਾ ਸਾਹਿਬ ਕੌਰ ਆ, ਅਜੇ ਨਹੀਂ ਮੰਨਦੇ, ਉੱਥੇ ਜਾ ਪਤਾ ਲੱਗੂ ਮਾਂ ਹੀ ਸਾਹਿਬ ਕੌਰ ਸੀ, ਇਹੀ ਸੀ, ਬਾਪੂ ਵੀ ਇਹੀ ਸੀ। ਤੇ ਆਨੰਦਪੁਰ ਦਾ ਸੱਚਖੰਡ ਦਾ ਨਾਂ ਸੀ। ਬਾਪੂ ਨੇ ਪਹਿਲੇ ਦਿਨ ਗੱਲ ਸਮਝਾਤੀ ਸੀ, ਤੂੰ ਭੁੱਲਿਆ ਹੋਇਆ, ਤੈਨੂੰ ਯਾਦ ਕਰਾਉਣਾ ਮੈਂ ਸਾਰੀਆਂ ਗੱਲਾਂ। ਪਰ ਪਹਿਲਾ ਮਰਨ ਕਬੂਲ ਹੈ। ਆ ਜਿਹੜੀ ਤੂੰ ਹਉਮੈ ਵੱਲੋਂ ਐਸ਼ ਲੈ ਰਿਹਾ ਨਾ, ਉਧਰੋਂ ਵੱਲੋਂ ਮਰਨਾ ਪੈਣਾ ਵੇ। ਜੇ ਤੂੰ ਪ੍ਰੇਮ ਮੇਰੇ ਨਾਲ ਪ੍ਰੇਮ ਕਰਨਾ ਚਾਹੁੰਦਾ ਤਾਂ ਬਾਹਰਲੇ ਸਰੀਰ ਦਾ ਖੜਾ ਛੱਡਣਾ ਪੈਣਾ, ਤਾਂ ਨਰਮੂਹ ਹੋਣਾ ਪੈਣਾ। ਸਿਰ ਧਰ ਤਲੀ ਗਲੀ ਮੁਰੀ ਆਓ, ਕੱਲ੍ਹ ਵਾਲੇ ਸ਼ਬਦ ਦੀ ਗੱਲ। ਨਾਲ ਆਪਾਂ ਤੇ ਅਸੀਂ ਆਪਾਂ ਗਣਾਉਂਦੇ ਹਾਂ, ਸਾਰੀ ਉਲਟ ਗੱਲ ਹੈ। ਬਿਨ ਸਤਿਗੁਰ ਸੁੱਖ ਕਦੇ ਨਾ ਪਾਵੈ। ਆ ਦੇਖੋ, ਕਦੇ ਨਾ ਪਾਵੈ, ਗੱਲ ਆ ਸਮਝਣੀ ਆ। ਅਸੀਂ ਸੁੱਖ ਮਾਇਆ ਚੋਂ ਲੱਭਦੇ ਹਾਂ, ਅਸੀਂ ਸੁੱਖ ਬਕਾਰਾਂ ਚੋਂ ਲੱਭਦੇ ਹਾਂ, ਅਸੀਂ ਸੁੱਖ ਸੱਚੇ ਪਾਤਸ਼ਾਹ ਬੜੀਆਂ ਚੀਜ਼ਾਂ ਇਕੱਠੀਆਂ ਕਰਕੇ ਸੋਹਣੀਆਂ ਹੋਰ ਚੋਂ ਲੱਭਦੇ ਹਾਂ, ਘਰਾਂ ਚੋਂ ਲੱਭਦੇ ਹਾਂ ਸੋਹਣੇ ਬਣਾ ਕੇ। ਇੱਕ ਦੂਜੇ ਤੋਂ ਵੱਧ ਘਰ ਬਣਾਉਂਦਾ। ਇਹ ਇੱਥੇ ਰਹਿ ਜਾਣੇ, ਇੱਥੇ ਪਤਾ ਨਹੀਂ ਕਿਹਨੇ ਬਸਣਾ, ਕਦੋਂ ਤੋਂ ਪਤਾ ਨਹੀਂ ਕਿਹੜੀਆਂ ਰੂਹਾਂ ਨੂੰ ਲਿਆ ਕੇ ਉਹਨੇ ਮੁੜ ਕੇ ਸਿੱਟਣਾ, ਮਾਰੀ ਜਾਂਦਾ, ਜਮਾਈ ਜਾਂਦਾ। ਤੇ ਨਿੱਤ ਦੀ ਕਾਰ ਕਰ ਰਿਹਾ,
ਆਪਦੇ ਭਾਣੇ ਥੱਲੇ ਹੁਕਮ ਹੀ ਹੁਕਮ ਚਲਾਏ ਰੋ, ਸਭ ਨੂੰ ਹੁਕਮ ਥੱਲੇ ਚਲਾ ਰਿਹਾ। ਨਾਨਕ ਬਿਕਸੇ ਬੇਪਰਵਾਹ, ਆਪ ਨੂੰ ਕੋਈ ਅੰਤਰ ਨਹੀਂ, ਕੋਈ ਪਰਵਾਹ ਨਹੀਂ, ਬੇਪਰਵਾਹ ਹੋ ਕੇ ਬੈਠਾ ਰਹਾ ਗੁਰੂ ਨਾਨਕ। ਸ਼੍ਰੀ ਗੁਰੂ ਸਾਹਿਬ ਸਭ ਦੇ ਉੱਪਰ, ਗੱਲ ਸਮਝਣੀ ਆ, ਸਭ ਤੋਂ ਉੱਤਾ ਵੱਡਾ ਗੁਰੂ ਆ। ਐਵੇਂ ਨਹੀਂ ਵਾਹਿਗੁਰੂ ਕਹਿੰਦੇ ਆਪਾਂ, ਸਭ ਤੋਂ ਉੱਚੇ ਵੱਡੇ ਦਾ ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ। ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨਾਰ। ਮੈਂ ਕੀ ਕਹਿ ਸਕਦਾ ਉਹਦੀ ਮਹਿਮਾ, ਅਗੰਮ ਹੈ। ਤੇਰੀ ਪਹੁੰਚ ਬੰਦਿਆ, ਤੇਰੀ ਤੂੰ ਪਹੁੰਚ ਕਰਕੇ ਕਹਿਣਾ ਵੀ ਮੇਰਾ ਸ਼ਾਇਦ ਸਿਆਣਪਾਂ ਨਾਲ ਹੀ ਮੈਂ ਰੱਬ ਪਾਲੂ, ਮੈਂ ਸਿਆਣਪਾਂ ਨੇ ਉੱਪਰ ਜੂ ਉੱਥੇ 10ਵੇਂ ਦੁਆਰ ਸੱਚਖੰਡ। ਨਾ ਨਾ, ਸਾਰੀਆਂ ਸਿਆਣਪਾਂ ਤੇਰੀਆਂ ਇੱਥੋਂ ਕੱਚੀ ਬਾਣੀ ਦੀਆਂ ਸਿੱਖ ਕੇ ਸਿਆਣਪਾਂ ਤੋਂ ਸਾਰੀਆਂ ਬੰਦ ਕਰਨੀਆਂ ਪੈਣੀਆਂ ਤੈਨੂੰ, ਤਾਂ ਲਾਈਨ ਪਤਾ ਲੱਗੂ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਫੇਰ ਤੈਨੂੰ ਲਾਈਨ ਦੀ ਸਮਝ ਲੱਗੂ ਵੀ ਹੈ ਇਹ ਤਾਂ ਮੇਰੇ ਨਾਲ ਕੋਈ ਵੀ ਨਹੀਂ ਤੁਰਨੀ, ਇਹ ਤਾਂ ਸਾਰੀਆਂ ਸਿਆਣਪਾਂ ਹਉਮੈ ਦੀਆਂ ਹੀ ਸੀ। ਹਉਮੈ ਦੀਆਂ ਸਿਆਣਪਾਂ ਛੱਡੇਗਾ, ਸਹਿ ਸਿਆਣਪਾਂ ਨਹੀਂ ਮਿਲੀ ਮੇਰੇ ਜਿੰਦੜੀਏ, ਕਦੇ ਨਹੀਂ ਮਿਲਣਾ ਰੱਬ। ਤੇ ਅਸੀਂ ਸਿਆਣਪਾਂ ਨਾਲ ਰੱਬ ਭਾਲਦੇ ਹਾਂ। ਜਿਹੜੀ ਸਿਆਣ ਗੁਰੂ ਸਾਹਿਬ ਦਾ ਹੁਕਮ, ਹਰ ਹੁਕਮ ਸੱਚੇ ਪਾਤਸ਼ਾਹ ਦੇ ਸਮਝਣੇ ਆ, ਸਮਝ ਕੇ ਤੇ ਉਹ ਤੇ ਚੱਲਣ ਦੀ ਕੋਸ਼ਿਸ਼ ਕਰਨੀ ਆ, ਤਾਂ ਗੁਰੂ ਦਾ ਭਾਣੇ ਦਾ ਪਤਾ ਲੱਗੂ, ਤਾਂ ਗੁਰੂ ਦੇ ਭਾਣੇ ਦਾ ਪਤਾ ਲੱਗੂ। ਹੁਣ ਆਪਣੀ ਕੱਲ ਵਿਚਾਰ ਰਹਿੰਦੀ ਸੀ ਥੋੜ੍ਹੀ ਜਿਹੀ, ਉੱਥੇ ਆ ਜਾਈਏ ਆਪਾਂ। ਥੋੜ੍ਹਾ ਜਿਹਾ ਗਵਾਉਣ ਦੀ ਗੱਲ ਹੈ, ਹਉਮੈ ਕਿਵੇਂ ਗਵਾਈ ਜਾਣੀ ਹੈ। ਇਹ ਸ਼ਬਦ ਜਿਹੜਾ ਸਾਰਾ ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵਾ। ਇਹ ਹੁਣ ਫਿਰ ਪਛੋਤਾਵੇ ਦੇ ਅਰਥ ਕਿਤੇ ਮੂਲੀ ਗੱਲ ਆ। ਸੁੱਖ ਲੱਭਣਾ ਨਹੀਂ, ਸੁੱਖ ਨਾਲ ਬਹੁਤਾ ਧਨ ਖਾਟੇ, ਸੁੱਖ ਨਹੀਂ ਪੇਖੇ ਨਿਰਤ ਨਾਟੇ, ਸੁੱਖ ਨਹੀਂ ਬਹੁਦੇਸ਼ ਕਮਾਏ, ਲੱਗੇ ਪਏ ਡਾਲਰਾਂ ਨੂੰ। ਸਰਬ ਸੁੱਖਾ ਹਰ ਗੁਣ ਗਾਏ। ਵਾਹਿਗੁਰੂ ਦਾ ਪੁੱਤ ਹੈ, ਵਾਹਿਗੁਰੂ ਦੇ ਕੋਲੇ ਜਾਣਾ ਚਾਹੁੰਦਾ ਹੈ ਤਾਂ ਵਾਹਿਗੁਰੂ ਦੇ ਗੁਣ ਗਾਉਣੇ ਪੈਣੇ ਆ, ਸਿਫਤਾਂ ਕਰਨੀਆਂ ਪੈਣੀਆਂ ਵਾਹਿਗੁਰੂ ਦੀ। ਤੂੰ ਸਿਫਤਾਂ ਦੁਨੀਆ ਦੀਆਂ ਕਰੀ ਜਾਂਦਾ, ਤੂੰ ਉਸਤਤ ਨਿੰਦਾ ਦੁਨੀਆ ਦੀ ਕਰੀ ਜਾਂਦਾ। ਵਾਹਿਗੁਰੂ ਦੀ ਉਸਤਤ ਕਰਨੀ ਪੈਣੀ ਹੈ, ਸਾਰਾ ਦਿਨ ਸਿਫਤ ਉਹਦੀ ਕਰਨੀ ਪੈਣੀ ਹੈ। ਸਾਰੀਆਂ ਬਾਦਸ਼ਾਹ ਨੇ ਕੋਈ ਭੇਦ ਨਹੀਂ ਛੱਡਿਆ ਹੋਇਆ ਰੱਬ ਦਾ, ਇਹ ਸਿਫਤਾਂ ਨਾਲ। ਸਿਫਤ ਸਲਾਹ ਜਿਸ ਨੂੰ ਬਖਸ਼ੇ, ਸਿਫਤ ਸਲਾਹ ਜਿਹਨੂੰ ਮੈਂ ਇਹ ਬਖਸ਼ ਦਿੱਤੀ ਆਪਦੀ। ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਪੁੱਤ ਮੇਰਾ ਪਾਤਸ਼ਾਹ ਦਾ ਪਾਤਸ਼ਾਹ, ਜਿਹਨੇ ਸਿਫਤ ਅੰਦਰ ਵਸਾ ਲਈ ਆਪਦੇ। ਤੇ ਸਭ ਤੋਂ ਵੱਡੀ ਸਿਫਤ ਆ ਬਾਹੋ ਬਾਹੋ ਸਿਫਤ ਸਲਾਹ ਹੈ, ਗੁਰਮੁਖ ਬੂਝੇ ਕੋਏ। ਸਭ ਤੋਂ ਵੱਡੀ। ਸਾਰਾ ਦਿਨ ਮੈਨੂੰ ਬਾਹ ਕਰਿਆ ਕਰ, ਬਾਹ ਕਰਿਆ ਕਰ, ਬਾਹ ਏ ਦਾਤਾ। ਹਰੇਕ ਚੀਜ਼ 'ਚ ਦੇਖ ਕੇ ਕਹਿ ਬਾਹ ਓਏ, ਤੂੰ ਉਹਨੂੰ ਨਾ ਸਲਾ, ਤੂੰ ਦੁਨੀਆ ਨਾ ਸਲਾ। ਮਰ ਬੰਜ ਸੀ, ਇਹਨਾਂ ਨੇ ਮਰ ਜਾਣਾ ਹੈ। ਲੋਕਾਂ ਨਾਲ ਸਲਾਹ ਮਰ ਖਾਕ ਥੀ, ਲੋਕਾਂ ਨੂੰ ਸੁਣਾਉਣ ਲੱਗ ਜਾਣਾ ਹੈ ਫਲਾਨਾ ਚੰਗਾ ਹੈ, ਫਲਾਨਾ ਬਹੁਤ ਚੰਗਾ ਹੈ, ਫਲਾਨਾ ਦਾ ਬਾਬਾ ਬਣਿਆ ਹੈ, ਬਾਬਾ ਦਾ ਸੰਤ ਆ, ਬਾਬਾ ਤਾਂ ਉੱਚੀ ਅਵਸਥਾ 'ਚ ਹੈ। ਮਰ ਬੰਜ ਸੀ, ਸਭ ਨੇ ਮਰ ਜਾਣਾ ਹੈ। ਮਰ ਖਾਕ ਥੀ, ਗੁਰਮੁਖ ਸਦਾ ਸਲਾਈਏ ਸੱਚਾ ਬੇਪਰਵਾਹ। ਕਿਹਨੂੰ ਸਲਾਹਾਂ ਮਹਾਰਾਜ? ਆਹ ਸਲਾਹ, ਆਹ ਸਲਾਹ, ਤਾਂ ਸੁੱਖ ਮਿਲਣਾ, ਤਾਂ ਸੁੱਖ ਮਿਲਣਾ। ਸਤਿਗੁਰ ਨੂੰ ਸਲਾਹਿਆ ਤੇ, ਸਤਿਗੁਰ ਦੀ ਸ਼ਰਨ ਲਿਆ ਤੇ ਆਪਾਂ ਇਹ ਸਿਫਤ ਸਲਾਹ ਉਦੋਂ ਤੇਰੇ ਅੰਦਰੋਂ ਪੂਰੀ ਨਿਕਲੂਗੀ ਜਦੋਂ ਤੇਰੇ ਅੰਦਰੋਂ ਆਪਾ ਭਾਵ ਆਪਦਾ ਅੱਡ ਹੋ ਗਿਆ। ਗੁਰੂ ਸਾਹਿਬ ਦੀ ਚਰਨੀ ਪੈਰੀ ਡਿੱਗ ਪਾ, ਗੁਰੂ ਸਾਹਿਬ ਦੀ ਸ਼ਰਨ ਲਿਆ। ਸਾਰੇ ਤਰੀਕੇ ਨੇ ਆਪਾ ਗਾਉਣ ਦੇ। ਸਾਧ ਸੰਗ 'ਚ ਆਇਆ ਕਰ, ਜੋੜੇ ਸਾਫ਼ ਕਰਿਆ ਕਰ, ਭਾਂਡੇ ਮਾਂਜਿਆ ਕਰ, ਤੇਰੀ ਹਉਮੈ ਘਟ ਜੇ, ਤੇਰੀ ਮੈਂ ਘਟ ਜੇ, ਚਰਨ ਧੂੜ ਬਣ ਜਾ, ਸਗਲ ਕੀ ਰੇਣਕਾ ਹੋ ਜਾ। ਸਾਰੀ ਸ੍ਰਿਸ਼ਟੀ 'ਚ ਵਾਹਿਗੁਰੂ ਨੂੰ ਦੇਖਣਾ ਕੋਸ਼ਿਸ਼ ਕਰ। ਪਹਿਲਾਂ ਤਾਂ ਦੇਖਣ ਦੀ ਕੋਸ਼ਿਸ਼ ਹੀ ਕਰ ਵੀ ਵਾਹਿਗੁਰੂ ਬੋਲਿਆ। ਵਾਹਿਗੁਰੂ ਨੇ ਮੈਨੂੰ ਕਿਹਾ, ਇਹ ਤਾਂ ਜੇ ਘਰ ਵਾਲੀ ਬੋਲ ਪੈਂਦੀ ਆ, ਤੂੰ ਕਿਵੇਂ ਬੋਲੀ? ਇਹ ਨਹੀਂ ਸਮਝਦਾ ਵਾਹਿਗੁਰੂ ਮੈਨੂੰ ਮੇਰਾ ਇਮਤਿਹਾਨ ਲੈਂਦਾ।
ਮੇਰਾ ਇਮਤਿਹਾਨ ਲੈਣ ਲੱਗਾ ਇਹ ਕੌੜਾ ਬੋਲ ਕੇ, ਮੇਰੇ ਕਿੰਨਾ ਕੁ ਗੁੱਸਾ ਹਜੇ, ਕਿੰਨਾ ਕੁ ਇਹਦੇ ਅੰਦਰ ਕ੍ਰੋਧ ਆ, ਕਿੰਨੀ ਕੁ ਅੱਗ ਲੱਗਦੀ ਹੈ ਇਹਨੂੰ। ਸਾਰੀ ਭਿੰਨਤਾ ਦੇ ਸਾਰੀ ਆਪੋ ਨੂੰ ਹਰੇਕ ਆਪੋ ਆਪਣਾ ਗੁਣਾਉਂਦਾ ਹੈ। ਵੱਡਾ ਸਾਹਿਬ, ਵੱਡੀ ਨਾਈ, ਵੱਡਾ ਮਾਲਕ ਹੈ ਦੁਨੀਆ ਦਾ, ਵੱਡਾ ਨਾਮ ਆ, ਕੀਤਾ ਜਾਕਾ ਹੋਵੇ, ਸਭ ਕੁਝ ਉਹਦਾ ਕੀਤਾ ਹੁੰਦਾ ਹੈ। ਕੋਈ ਆਪਾਂ ਨਹੀਂ ਕਰ ਸਕਦੇ, ਕੋਈ ਚੀਜ਼ ਵੀ ਆਪਣੀ ਨਹੀਂ ਹੈ, ਨਾ ਆਪਣੇ ਆਖੇ ਹੱਥ 'ਚ ਆ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਸੋ, ਤੂੰ ਕਹਿੰਦਾ ਮੈਂ ਬਣਾਇਆ, ਤੂੰ ਕਹਿੰਦਾ ਮੇਰੇ ਆਖੇ ਹੁੰਦਾ, ਤੂੰ ਕਹਿੰਦਾ ਸਭ ਕੁਝ ਕਰਦਾ ਹੀ ਮੈਂ ਆ। ਇਹ ਆਪੋ ਬਣਾਉਣਾ। ਮਹਾਰਾਜ ਕਹਿੰਦੇ ਸੱਚਖੰਡ 'ਚ ਜਗ੍ਹਾ ਨਹੀਂ ਮਿਲਣੀ। ਅੱਗੇ ਇਹੋ ਜਿਹੇ ਬੰਦੇ ਨੂੰ ਨਹੀਂ ਮੈਂ ਥਾਂ ਮਿਲਦਾ ਹੁੰਦਾ, ਇਹੋ ਜਿਹੇ ਨੂੰ ਇਹਨਾਂ ਦੇ ਨਹੀਂ ਹੈ। ਤੂੰ ਤਾਂ ਆਪ ਅਲੱਗ, ਤੂੰ ਤਾਂ ਕਹਿੰਦੇ ਸਭ ਕੁਝ ਮੈਂ ਕਰਦਾ, ਮੇਰੇ ਆਖੇ ਹੁੰਦਾ ਹੈ, ਮੇਰਾ ਹੁਕਮ ਚੱਲੂਗਾ, ਪਰਿਵਾਰ ਮੇਰਾ ਹੈ, ਹੁਕਮ ਮੇਰਾ ਚੱਲੂਗਾ। ਤੂੰ ਤਾਂ ਆਹ ਕਰਦਾ ਸੀ ਉੱਥੇ, ਹੁਕਮ ਤਾਂ ਵਾਹਿਗੁਰੂ ਦਾ ਚੱਲਦਾ ਹੈ, ਵਾਹਿਗੁਰੂ ਦਾ ਖੇਲ ਹੋ ਰਿਹਾ। ਤੇਰੇ ਹੱਥ 'ਚ ਕੀ ਹੈ? ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਹੀਂ। ਜਿਹਨੂੰ ਪਤਾ ਲੱਗ ਗਿਆ ਅਸਾਂ ਜੋਰ ਨਹੀਂ, ਜੇ ਕਿਛ ਕਰ ਹਮ ਸਾਕੇ, ਜਿਉਂ ਭਾਵੈ ਤਿਵੇਂ ਬਖਸ਼। ਸਾਡੇ 'ਚ ਜੋਰ ਨਹੀਂ ਹੈ। ਕੀਤਾ ਕਰਨਾ ਸਰਬ ਜਾਈ ਕਿਸ ਕੀਚੈ, ਜੇ ਕਰ ਸਕੀਏ। ਸਾਡੇ ਆਖੇ ਕੀ ਹੋ ਰਿਹਾ? ਕੱਖ ਨਹੀਂ ਹੋ ਰਿਹਾ। ਅਸੀਂ ਕਿੱਥੋਂ ਆਏ ਹਾਂ? ਕਿਹਨੇ ਬਣਾਏ ਆ? ਇਹੀ ਪਹਿਲਾਂ ਹਿਸਾਬ ਲਾ ਲਓ। ਹੁਣ ਸਾਡੇ ਆਖੇ ਕੀ ਹੋ ਰਿਹਾ? ਅਗਲੇ ਹੁਕਮ ਦਾ ਸਾਨੂੰ ਪਤਾ ਨਹੀਂ ਕੀ ਹੋਣਾ, ਅਗਲੇ ਸਾਹ ਦਾ ਨਹੀਂ ਪਤਾ ਦੇਣਾ ਕਿ ਨਹੀਂ ਉਹਨੇ। ਇੰਨਾ ਸਭ ਕੁਛ ਤੇਰੇ ਵੱਸ, ਪਰੰਤੂ ਉਹਦੇ ਗੁਲਾਮ ਜ਼ਰੂਰ ਹੋਣਾ ਹੈ। ਤੂੰ ਗੁਲਾਮ ਥਾਂ ਥਾਂ ਦਾ ਗੁਲਾਮ ਹੋਇਆ ਪਿਆ, ਤੇ ਖਾਲਸਾ ਨਾਂ ਹੀ ਆਜ਼ਾਦੀ ਦਾ ਹੈ। ਤੂੰ ਆਜ਼ਾਦ ਨਹੀਂ ਹੈ। ਆਜ਼ਾਦੀ ਆਹ ਗੁਲਾਮੀ ਧਾਰਨ ਕਰੇਗਾ, ਆਹ ਹੁਕਮ ਮੰਨੇਗਾ ਤਾਂ ਆਜ਼ਾਦ ਹੋਏਗਾ। ਤੂੰ ਕਹਿੰਦਾ ਮੈਨੂੰ ਮਾਇਆ ਕਹਿੰਦੀ ਹੈ, ਤੂੰ ਫੁੱਲ ਆਜ਼ਾਦ ਹੈ। ਆਪਦੀ ਮਰਜ਼ੀ ਨਾਲ ਜਿਹੜਾ ਕੋ ਕਰਨਾ ਆਪਦੀ ਮਰਜ਼ੀ ਨਾਲ। ਫਿਰ ਪਤਾ ਕੀ ਮਨਮੁਖ ਹੋਊਗਾ? ਲੈ ਰੋਟੀ ਵੀ ਰੱਬ ਪਾਊਗਾ ਮੂੰਹ 'ਚ ਤੇਰੇ, ਤੂੰ ਆਪ ਨਹੀਂ ਪਾਉਂਦਾ। ਇਹੋ ਜਿਹੀਆਂ ਗੱਲਾਂ ਕਰਦਾ, ਉਹ ਪਾਉਂਦਾ ਰੱਬ ਹੀ ਹੈ, ਪਰ ਤੂੰ ਹਉਮੈ 'ਚ ਕਹਿੰਦਾ ਮੈਂ ਕਰਦਾ। ਪਾਉਂਦਾ ਸਭ ਕੁਝ ਕਰਦਾ, ਸਾਨੂੰ ਸੰਗ 'ਚ ਲਿਆ ਤਾਂ ਰੱਬ ਹੀ ਹੈ। ਗੁਰੂ ਸਾਹਿਬ ਨੇ ਕੋਈ ਤਰਨ ਦਾ ਕੋਈ ਸਾਡੇ ਕੋਲ ਹੀਲਾ ਕੀਤਾ ਹੋਇਆ, ਅਸੀਂ ਕਹਿੰਦੇ ਇਹੀ ਆਏ। ਅਸੀਂ ਹੁਣ ਜਾਂਦੇ ਹਾਂ, ਹੁਣ ਅਸੀਂ ਸੰਗਤ ਜਾਇਆ ਕਰਾਂਗੇ। ਨਹੀਂ ਜਾਣਾ ਅਸੀਂ ਕਈ ਆਕੜੇ ਪਈ, ਆਕੜ ਰੱਖੀ ਰੱਖ ਭਾਈ। ਜੇ ਆਕੜ ਰੱਖੇਗਾ ਰੱਖੀ ਰੱਖ, ਤੇਰੀ ਆਕੜ ਨੇ ਤੈਨੂੰ ਹੀ ਮਾਰਨਾ, ਕਿਸੇ ਨੂੰ ਤੱਕ ਵਿਗਾੜਨਾ ਨਹੀਂ ਹੈ। ਜੇ ਤੂੰ ਆਪਦੀ ਹੋਵੇਂ, ਇੱਥੇ ਦਾ ਹੁਕਮ ਮੰਨਣ ਆਏ ਆ, ਇੱਥੇ ਦਾ ਚਰਨਾਂ ਦੀ ਧੂੜ ਬਖਸ਼ਣ ਆਏ। ਸੱਚੇ ਪਾਤਸ਼ਾਹ ਨੇ ਕਿਣਕਾ ਲੈਣ ਆਏ ਆ ਵੀ ਕੋਈ ਬਖਸ਼ਿਸ਼ ਮਹਾਰਾਜ ਮਿਲ ਜੇ। ਅਸੀਂ ਚਰਨ ਉਹ ਝੋਲੀ ਅੱਡ ਕੇ ਸਾਡੀਆਂ ਭਿਖਾਰੀਆਂ ਨੂੰ ਆ ਕੇ ਬੈਠੇ ਆ। ਮੈਂ ਮਹਾਰਾਜ ਕੋਈ ਪਾ ਦੇ ਝੋਲੀ 'ਚ ਸਾਡੇ ਵੀ ਕਿਣਕਾ। ਇੱਥੇ ਰਾਜੇ ਬਣ ਕੇ ਤਾਂ ਆਏ ਨਹੀਂ, ਇੱਥੇ ਕੋਈ ਆਪਣੇ ਆਪ ਨੂੰ ਦਿਖਾਉਣ ਤਾਂ ਆਏ ਨਹੀਂ। ਮੈਂ ਕਥਾਕਾਰ ਹਾਂ ਜੀ, ਮੈਂ ਗਿਆਨੀ ਹਾਂ, ਮੈਂ ਤਾਂ ਮੈਨੂੰ ਸਭ ਮੰਨਣ ਜੀ। ਇੱਥੇ ਦਾ ਸੱਚੇ ਪਾਤਸ਼ਾਹ ਦੇ ਅੱਗੇ ਚਰਨ ਧੂੜ ਆਏ ਆਪਾਂ ਸਾਡੇ ਬਣ। ਮੈਂ ਸੱਚੇ ਪਾਤਸ਼ਾਹ ਸਾਡੀ ਆਪ ਦੀ ਅਲੱਗ ਹਸਤੀ ਗਾਇਬ ਕਰ ਦੇ, ਤੂੰ ਬਸ ਸਾਡੇ ਹਿਰਦੇ ਵਿੱਚ। ਸਮਾਂ ਨਾ ਹੋ ਗਿਆ, ਹੋ ਚੱਲਿਆ। ਗੁਰੂ ਸਾਹਿਬ ਕਿਰਪਾ ਕਰਨੇ ਦੁਗਾਂ ਆਪੋ ਫੇਰੇ ਹੀ ਸ਼ਬਦ ਦੀ ਵਿਚਾਰ ਕੱਲ੍ਹ ਨੂੰ ਕਰਾਂਗੇ। ਮਿਹਰ ਕਰੋ ਸੱਚੇ ਪਾਤਸ਼ਾਹ, ਝੋਲੀ 'ਚ ਸੱਚੇ ਪਾਤਸ਼ਾਹ ਆਸ਼ੀਰਵਾਦ ਆਪਦੀਆਂ ਅਸੀਸਾਂ ਦਿਓ। ਕਿਵੇਂ ਨਾ ਜਿਵੇਂ ਮਰਜ਼ੀ ਮਿਲਾਪ ਕਰਾਓ ਆਪਦਾ, ਜਿਵੇਂ ਮਰਜ਼ੀ ਅੰਦਰ ਪ੍ਰਕਾਸ਼ ਕਰਾਓ, ਚਾਨਣ ਕਰੋ, ਜਿਵੇਂ ਮਰਜ਼ੀ ਅੱਖਾਂ ਸਾਡੀਆਂ ਖੋਲ੍ਹੋ। ਤੁਸੀਂ ਖੋਲ੍ਹ ਸਕਦੇ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਸਾਡਾ ਨਾ ਆਪਾ ਜਿਹੜਾ ਗਵਾਉਣ ਦਾ ਉਹ ਗਵਾ ਦੇ, ਮਿਹਰ ਕਰ। ਅਸੀਂ ਨਹੀਂ ਗਵਾ ਸਕਦੇ, ਤੂੰ ਗਵਾ ਦੇ ਸਾਨੂੰ। ਇਹੋ ਜਿਹਾ ਤੇਰੇ ਹੁਕਮ ਰਜਾਈ ਚੱਲੀਏ, ਅਸੀਂ ਤੇਰੇ ਭਾਣੇ ਥੱਲੇ ਜਾਈਏ, ਤੇਰੀ ਰਜਾ ਨੂੰ ਮੰਨੀਏ। ਮਿਹਰ ਕਰ ਸੱਚੇ ਪਾਤਸ਼ਾਹ। ਪੁਰਾਣੇ ਸਿੰਘ ਸਾਰੇ ਸਿੰਘਾਂ ਸਿੰਘਣੀਆਂ ਦੀ ਚਰਨ ਧੂੜ ਬਣਾ ਦੇ, ਜਿਨ੍ਹਾਂ ਨੇ ਭਾਣਾ ਮੰਨਿਆ, ਜਿਨ੍ਹਾਂ ਨੇ ਹੁਕਮ ਮੰਨੇ। ਸੱਚੇ ਪਾਤਸ਼ਾਹ ਤੂੰ ਉਹੋ ਜਿਹੀਆਂ ਸਖੀਆਂ ਬਣਾਈਆਂ ਨੇ ਪਹਿਲਾਂ, ਸਾਨੂੰ ਵੀ ਉਵੇਂ ਬਣਾ। ਉਹੋ ਜਿਹਾ ਪ੍ਰੇਮ ਪਾ ਦੇ ਤੁਹਾਡੇ ਨਾਲ ਪੈ ਜੇ। ਸਾਡਾ ਸੁੱਕਾ ਪ੍ਰੇਮ ਨਾ ਹੋਵੇ। ਬਹੁਤ ਦੁਨੀਆ ਇਹੋ ਜਿਹਾ, ਥੋੜ੍ਹਾ ਜਿਹਾ ਇੱਕ ਵਿਚਾਰ ਕਰ ਲਈਏ।
फिर आप समाप्ति कर। मिल मेरे गोविंद अपना नाम दे, नाम बिना तिरक तिरक स्नेह। बहुत दुनिया ना पाठ करी जाऊगी, बड़े फोन आते मैंने, मैं विचार कर लगा ਅਸੀਂ जी इन्ना नितनेम करते हैं, सुखमनी साहब का इन्ना पाठ करते हो, नहीं मैनू तो जी आ फलाने पहाड़ दसे, मैनू दर्शन होए, मैनू ਉਹ दिसया, मैनू आ दिसया। आ महाराज की कहते इस ये झूठा प्रेम आ। महाराज कहते यह जे प्रेम नू ना तिरग तिरग 100 वार फिट लाण। जे तू गुरु साहब तो पहला नाम की दात नहीं लई, सच्चे पातशाह पहला तेतों नाम लवांगे, तेतों प्रेम लवांगे, अपना पिरम अपना लाया पिरम ना लगी, आपका आया तो लगना ही नहीं। ये लोचे सब कोई सारी दुनिया लोचदी आ, ये पिरम प्याला खसम का जय पावाता दे, वो तो ये तो मंगना सी। ते असीं कहने साडा बड़ा प्रेम है जी, बहुत बड़े फोन आते होंगे भाई जी साडा प्रेम बड़ा गुरु साहब नाल। प्रेम तेरा सुक्का झूठा है। किहो जिहा प्रेम आ बाबा फरीद कहंदा, फरीदा जा लभ तां न्यों कहा, लभ तां कूड़ा न्यों। तेरा प्रेम इहो जिहा होऊ मेरे पुत्त हो जे, मेरे आ हो जे, मेरा कारोबार चल जे, तू ऐस करके पाठ करना है, ऐस करके गुरुद्वारे आके देख कर आना है। ये कहते कूड़ा न्यों आ, पिचर झत्त लगाई है जिचर छप्पर टुटे मेह। ये किन्ना कि जरा छप्पर होवे वो थले किन्ना चर दिन कट लेगा, वो जो मीह पै गया टुट जाना। जदों तेनू ना ये चीज़ ना मिली, वो जी आके महाराज तो मंगता है, दुनिया भी बहुत मंगते हैं जी, वो करके पाठ करते हैं। साडा पुत्त नहीं लै गया, साडा पुत्त शराबी हट जाए जी, फलाना हट जाए, आ शराबी तेरे आखे हट जू। यह जिहियां दातां मंगी जाने ते सारा कूड़ा ने। जे वो ना हटे वो गुरुद्वारे ही नहीं जाना, पीर उत्थे तो कोई मिलिया ही नहीं। वो फलाने बाबे को चलो। वो मैनू घटना याद आ गई, कैलगरी जो गुरु साहब ने भेजा सी, तो एक बीबी का फोन आया, कहंदी जी मेरा घर वाला कहंदा भी जे तू उत्थे कथा सुन गई ना, विचार सुन गई तो अपना डाइवोर्स। क्यों? वो ना बाबियां की निंदा करता। आ सुनो जी, वो बाबियां की निंदा करता। मैं अखीर सिद्ध कराया भी है महाराज जी कृपा नाल, भी बाबा कौन है असल। बाबियां की निंदा असीं कदों करते हैं? तो निंदा किसी की भी नहीं करनी, निंदा भली किसी की नहीं। सानू तो आ हुक्म है बाबियां की क्यों करनी है? पर पखंड नूं असीं पातशाह ने भी निंदिया तो असीं भी निंदे। पखंड नूं नहीं छड्डदे। सानू पता पातशाह ने समझा दी भी बंदे कोल कख नहीं, तो असीं कहना भी बंदे मगरों हट जा भाई। असीं तो यह गल कहनी है, मनमुख होए बंदे का बंदा, बंदे का बंदे को तो दात ही नहीं है। ये महाराज का लिखा है, आप धर्म प्याला ही देख लो, किसी किसी लाया प्रेम नहीं लगना, आपका लाया नहीं, किसी होर नाम नहीं है। साध संग च प्रेम लगना, साध संग बिन भावना, साध संगत लिखा है गुरु साहब की संगत जाके। तो हाँ मैं क्या ठीक आ बे हाँ देखो किन्ना अज्ञान आ, नेरा आ नेरा है। ये सानू बाबिया ने दात दी है। दात तो बाबे मैंने दसो कोई नौ नहीं बना सकता। मां के पेट में कौन बना रहा? मां के पेट 5 तत्तां नूं कौन बना दू? किहदी ताकत आ दुनिया चों जिहड़ा कट्ठा कर दू? किहड़ा अखां बना दू? वो बाबा बनाऊ? बाबे आप दी अखां उहने बनाईयां ने। ताते दात रखी हथ अपने जिस भाव है तुस गल समझ आ जे। साडा प्रेम किते झूठा प्रेम है, इहो जिहा कपटी प्रेम नहीं महाराज चाहिदा। सानू सच्चा प्रेम चाहिदा है। महाराज किरपा करो, असीं अरदास बेनती हुण करनी है तुहाडे अगे, सानू सच्चे पातशाह आपदा पहलां तां सच्चा प्रेम लाओ, ते साडा जिहड़ा अलग आपा गवाउण दा अलग होम है वो साडी खत्म कर दो। मेहर करो आप दे नाल मिलाओ। अखर वाधा कोटा भुल चुक दी माफ़ी। वाहिगुरू जी का खालसा, वाहिगुरू जी की फतेह।